ਗੱਲ ਇਹ ਹੋਵੇ ਕਿ ਅਜਮੇਰ ਸਿੰਘ ਲੱਖੋਵਾਲ ਤੇ ਬਲਵੀਰ ਸਿੰਘ ਰਾਜੇਵਾਲ ਵਾਂਗੂ ਸੌਦਾ ਨਾ ਹੋ ਜਾਵੇ ਸਾਡੇ ਕਿਸਾਨਾਂ ਦਾ, ਕਿਉਂਕਿ ਇਹ ਦੋ ਜਿਹੜੇ ਗਰਦਾਰ ਨੇ ਇਹਨਾਂ ਨੇ ਸਾਡੀ ਕੌਮ ਤੇ ਕਿਸਾਨਾਂ ਨੂੰ ਵੇਚਿਆ। ਸੋ ਅਸੀਂ ਇਹਨਾਂ ਸੌਦੇਬਾਜ਼ਾਂ ਤੋਂ ਵੀ ਅਵੇਅਰ ਰਹਿਣਾ। ਖਾਲਿਸਤਾਨ ਜਿੰਦਾਬਾਦ ਦਾ ਨਾਰਾ ਲਾ ਦਿੱਤਾ। ਜਦੋਂ ਨਾਰਾ ਲੱਗ ਗਿਆ ਤਾਂ ਦੀਪ ਸਿੱਧੂ ਵੀਰ ਵੀ ਮੇਰਾ ਉੱਥੇ ਹੀ ਸੀ। ਦੀਪ ਸਿੱਧੂ ਵੀਰ ਨੇ ਇਹ ਗੱਲ ਕਹੀ ਆ ਕਿ ਇਹ ਬੰਦੇ ਨੂੰ ਪੁਲਿਸ ਦੇ ਹਵਾਲੇ ਕਰੋ, ਜਿਹਦੇ ਵਿੱਚ ਸਾਰਾ ਹਾਕਮ ਸਿੰਘ ਸੀਗਾ, ਅਜੇਪਾਲ ਸਿੰਘ ਸੀਗਾ ਤੇ ਜੋਗਾ ਸਿੰਘ ਚੱਪੜ ਵੀ ਉੱਥੇ ਸੀਗਾ। ਤੇ ਸਾਰੇ ਸੀ ਜਿਹੜੇ ਇਹਨਾਂ ਨੇ ਨਾ ਉਹਨੂੰ ਜਿੱਦਾਂ ਆਪਾਂ ਕਿਸੇ ਦਹਿਸ਼ਤਗਰਦ, ਜਦੋਂ ਕੋਈ ਹਥਿਆਰ ਲੈ ਕੇ ਆਪਣੇ ਤੇ ਹਮਲਾ ਕਰਨ ਆ ਜਾਵੇ, ਕੋਈ ਦਹਿਸ਼ਤਗਰਦ, ਉਹਨੂੰ ਐਦਾਂ ਘੜੀਸੀ ਜਾ ਰਹੇ ਸੀ ਜਿਵੇਂ ਉਹਨੇ ਬਹੁਤ ਵੱਡਾ ਕ੍ਰਾਈਮ ਕਰ ਦਿੱਤਾ ਹੋਵੇ। ਪੁਲਿਸ ਵਾਲਿਆਂ ਨੂੰ ਮੈਂ ਖਾਲਿਸਤਾਨ ਦੀ ਜਿਹੜੀ ਜੱਜਮੈਂਟ ਆ ਮਾਨਯੋਗ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਜਿਹੜਾ ਸਾਨੂੰ ਅਧਿਕਾਰ ਮਿਲਿਆ ਹੋਇਆ, ਜਿਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਕਿ ਅਸੀਂ ਖਾਲਿਸਤਾਨ ਦੇ ਨਾਅਰੇ ਵੀ ਲਾ ਸਕਦੇ ਹਾਂ, ਅਸੀਂ ਖਾਲਿਸਤਾਨ ਦੇ ਨਾਂ 'ਤੇ ਮੀਟਿੰਗਾਂ ਵੀ ਕਰ ਸਕਦੇ ਹਾਂ। ਮੁਕਾਬਲੇ ਬਣਾਉਣ ਦੀਆਂ ਗੱਲਾਂ ਕਹਿ ਲਓ ਆਪਾਂ, ਪੁਲਿਸ ਕੋਲ ਇਹਨਾਂ ਨੂੰ ਫੜਾ ਕੇ ਤੁਸੀਂ ਮਰਵਾਉਣਾ, ਤਾਂ ਫਿਰ ਜਿਹੜੀ ਤੁਹਾਡੀ ਮਨਸ਼ਾ ਉਹ ਪੰਜਾਬ ਦੇ ਵਿੱਚ ਹੌਲੀ ਹੌਲੀ ਕਲੀਅਰ ਹੁੰਦੀ ਜਾ ਰਹੀ ਹੈ ਕਿ ਤੁਸੀਂ ਕਿਹੜੀ ਮਨਸ਼ਾ ਦੇ ਨਾਲ ਤੁਸੀਂ ਉੱਥੇ ਬੈਠੇ ਹੋ। ਦੇਖੋ ਪਹਿਲੀ ਗੱਲ ਤਾਂ ਇਹ ਆ ਜਿਹੜਾ ਟੈਂਟ ਨਾਲ ਲੱਗਿਆ ਹੋਇਆ ਸਾਡੇ, ਉਹ ਟੈਂਟ 'ਚ ਜਾ ਕੇ ਤੁਸੀਂ ਦੇਖੋ ਕੌਣ ਬੰਦੇ ਬੈਠੇ ਹੋ। ਉਹ ਟੈਂਟ 'ਚ ਜਾ ਕੇ ਤੁਸੀਂ ਬੰਦੇ ਦੇਖੋ, ਉਹਨਾਂ ਦੇ ਇੰਟਰਵਿਊਜ਼ ਲਓ, ਉਹਨਾਂ ਨੂੰ ਮਿਲੋ, ਤੁਹਾਨੂੰ ਕਿਤੇ ਨਾ ਕਿਤੇ ਸਰਕਾਰ ਦਾ ਨੈਕਸਸ ਸਮਝ ਆਵੇਗਾ। ਠੀਕ ਹੈ। ਦੂਜੀ ਗੱਲ, ਜਦੋਂ ਸੰਘਰਸ਼ ਨੂੰ ਵੀ ਤੋਂ ਲਾ ਕੇ ਕਿਸੇ ਹੋਰ ਪਾਸੇ ਲਾਉਣਾ ਹੋਵੇ ਨਾ, ਉਦੋਂ ਇਹ ਨੈਰੇਟਿਵ ਵਿੱਚ ਦਿੱਤੇ ਜਾਂਦੇ ਹਨ। ਮੇਰਾ ਦੀਪ ਵੀਰ ਮੈਂ ਤਾਂ ਬੜਾ ਸਤਿਕਾਰ ਕਰਦਾ, ਤੇ ਉਹਨੇ ਇਹ ਗੱਲ ਕਹਿ ਦੇਣੀ ਕਿ ਜਿਹੜੇ ਨਾਲ ਦੇ ਟੈਂਟ ਦੇ ਵਿੱਚ ਲੋਕ ਬੈਠੇ ਨੇ ਕਿ ਉਹ ਸਰਕਾਰਾਂ ਵੱਲੋਂ ਬਿਠਾਏ ਗਏ ਨੇ। ਜੇ ਅਸੀਂ ਸਰਕਾਰੀ ਆ, ਜੇ ਮਾਨ ਸਾਹਿਬ ਸਰਕਾਰੀ ਨੇ, ਤਾਂ ਦੀਪ ਸਿੱਧੂ ਨੂੰ ਪਹਿਲਾਂ ਮਾਨ ਸਾਹਿਬ ਦਾ ਇਤਿਹਾਸ ਚੈੱਕ ਕਰਨਾ ਚਾਹੀਦਾ, ਦੇਖਣਾ ਚਾਹੀਦਾ ਸਾਡੇ ਕੋਲ ਕਿੰਨਾ ਕੁ ਲਗਜ਼ਰੀ ਗੱਡੀਆਂ ਨੇ, ਕਿੰਨਾ ਕੁ ਸਰਕਾਰ ਨੇ ਸਾਨੂੰ ਸਾਡੀਆਂ ਪ੍ਰਾਪਰਟੀਆਂ ਬਣਾ ਦਿੱਤੀਆਂ, ਕਿਹੜੀ ਅਸੀਂ ਸਰਕਾਰ ਨੂੰ ਕੌਮ ਨੂੰ ਵੇਚ ਕੇ ਅਸੀਂ ਕੁਰਸੀ ਪ੍ਰਾਪਤ ਕਰ ਲਈ ਆ। ਸਤਿ ਸ੍ਰੀ ਅਕਾਲ, ਮੈਂ ਕੁਲਵਿੰਦਰ ਸਿੰਘ ਚੰਦੀ, ਤੁਸੀਂ ਦੇਖ ਰਹੇ ਹੋ PTN 24 ਚੈਨਲ। ਅਸੀਂ ਅੱਜ ਪਹੁੰਚੇ ਹਾਂ ਉਸ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਰਿੰਦਰ ਸਿੰਘ ਸੇਖੋਂ, ਜਿਨ੍ਹਾਂ ਨੇ ਪਿਛਲੇ ਦਿਨੀ ਸ਼ੰਭੂ ਬਾਰਡਰ ਵਿਖੇ ਇੱਕ ਨੌਜਵਾਨ ਵੱਲੋਂ ਸ਼ੰਭੂ ਮੋਰਚੇ ਦੇ ਵਿੱਚ ਖਾਲਿਸਤਾਨ ਦਾ ਨਾਰਾ ਲਾਇਆ ਸੀ, ਪਰ ਉੱਥੋਂ ਦੇ ਪ੍ਰਬੰਧਕਾਂ ਨੇ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ। ਐਨ ਮੌਕੇ 'ਤੇ ਵਰਿੰਦਰ ਸਿੰਘ ਸੇਖੋਂ ਨੇ ਪਹੁੰਚ ਕੇ ਉਸ ਨੌਜਵਾਨ ਨੂੰ ਪੁਲਿਸ ਦੀ ਚੁੰਗਲ 'ਚੋਂ ਛੁਡਾਇਆ। ਜੇਕਰ ਇਹ ਨਾ ਪਹੁੰਚਦਾ ਤਾਂ ਹੋ ਸਕਦਾ ਕਿ ਉਸ ਨੌਜਵਾਨ ਉੱਪਰ ਸਾਡੀ ਪੁਲਿਸ ਕਈ ਅਜਿਹੀਆਂ ਧਾਰਾਵਾਂ ਲਾ ਕੇ ਉਹਨਾਂ ਨੂੰ ਉਮਰ ਭਰ ਲਈ ਜੇਲ੍ਹ ਦੇ ਵਿੱਚ ਸੁੱਟ ਸਕਦੀ ਸੀ। ਆਓ ਕਰਦੇ ਹਾਂ ਵਰਿੰਦਰ ਸਿੰਘ ਸੇਖੋਂ ਦੇ ਨਾਲ ਗੱਲਬਾਤ ਕਿ ਉਸ ਦਿਨ ਅਜਿਹਾ ਕੀ ਵਾਪਰਿਆ ਕਿ ਉਸ ਨੌਜਵਾਨ ਨੂੰ ਉੱਥੋਂ ਦੇ ਪ੍ਰਬੰਧਕਾਂ ਨੇ ਪੁਲਿਸ ਤੱਕ ਦੇਣ ਦੀ ਨੌਬਤ ਆ ਗਈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਆਖਦੇ ਹਾਂ ਜੀ ਤੁਹਾਨੂੰ ਅਸੀਂ। ਸੇਖੋਂ ਸਾਹਿਬ, ਮੈਂ ਦੁਬਾਰਾ ਉਹ ਪਹਿਲੇ ਪ੍ਰਸ਼ਨ 'ਤੇ ਪਾਉਣਾ ਜੀ ਕਿ ਉਸ ਦਿਨ ਅਜਿਹਾ ਕੀ ਵਾਪਰਿਆ ਕਿ ਉਸ ਨੌਜਵਾਨ ਨੂੰ ਸ਼ੰਭੂ ਮੋਰਚਾ ਦੇ ਪ੍ਰਬੰਧਕਾਂ ਦੇ ਕਹਿਣ 'ਤੇ ਪੁਲਿਸ ਨੂੰ ਫੜਾਇਆ ਗਿਆ ਜੀ। ਦੇਖੋ ਜੀ, ਜਿਹੜਾ ਸ਼ੰਭੂ ਮੋਰਚੇ ਦੇ ਦੋ ਧਰਨੇ ਚੱਲ ਰਹੇ ਨੇ, ਇੱਕ ਜਿਹੜਾ 30 ਤਰੀਕ ਨੂੰ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲਗਾਇਆ ਗਿਆ, ਤੇ ਇੱਕ ਜਿਹੜਾ ਧਰਨਾ ਬਾਅਦ ਦੇ ਵਿੱਚ ਜਿਹੜਾ ਸਾਡਾ ਵੀਰ ਆ ਦੀਪ ਸਿੱਧੂ ਉਸ ਵੱਲੋਂ ਲਗਾਇਆ ਗਿਆ 4 ਤਰੀਕ ਨੂੰ। ਜਿਹੜਾ ਦੀਪ ਸਿੱਧੂ ਦਾ ਧਰਨਾ, ਉਹਦੇ ਵਿੱਚ ਉਹ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੀ ਗੱਲ ਕਰਦੇ ਨੇ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਨੇ, ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਕਰਦੇ ਨੇ। ਉੱਥੇ ਵੀ ਸਾਡੇ ਕਾਫੀ ਨੌਜਵਾਨ ਉੱਥੇ ਪਹੁੰਚਦੇ ਨੇ। ਉਸ ਦਿਨ ਇੱਕ ਨੌਜਵਾਨ ਵੀਰ ਆਇਆ, ਉਹ ਕਹਿੰਦਾ ਮੈਂ ਨੌਕਰੀ ਕਰਦਾ, ਬਾਅਦ ਦੇ ਵਿੱਚ ਉਹਨਾਂ ਮੇਰੀ ਗੱਲਬਾਤ ਵੀ ਹੋਈ। ਉਹ ਬੜਾ ਕਹਿੰਦਾ ਮੈਨੂੰ ਬੜਾ ਦਰਦ ਆ, ਮੈਂ ਸੰਤਾਂ ਦੀ ਸੋਚ ਨਾਲ ਚੱਲਦਾ, ਪੰਜਾਬ ਦੇ ਨਾਲ ਜੋ ਹੋ ਰਿਹਾ ਬੜਾ ਦਰਦ ਆ। ਕਹਿੰਦਾ ਮੈਂ ਰੋਹ 'ਚ ਆ ਕੇ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਲਾ ਦਿੱਤਾ। ਜਦੋਂ ਨਾਰਾ ਲੱਗ ਗਿਆ ਤਾਂ ਦੀਪ ਸਿੱਧੂ ਵੀਰ ਵੀ ਮੇਰਾ ਉੱਥੇ ਹੀ ਸੀ। ਦੀਪ ਸਿੱਧੂ ਵੀਰ ਨੇ ਇਹ ਗੱਲ ਕਹੀ ਆ ਕਿ ਇਹ ਬੰਦੇ ਨੂੰ ਪੁਲਿਸ ਦੇ ਹਵਾਲੇ ਕਰੋ, ਜਿਹਦੇ ਵਿੱਚ ਸਾਰਾ ਹਾਕਮ ਸਿੰਘ ਸੀਗਾ, ਅਜੇਪਾਲ ਸਿੰਘ ਸੀਗਾ ਤੇ ਜੋਗਾ ਸਿੰਘ ਚੱਪੜ ਵੀ ਉੱਥੇ ਸੀਗਾ। ਤੇ ਸਾਰੇ ਸੀ ਜਿਹੜੇ ਇਹਨਾਂ ਨੇ ਨਾ ਉਹਨੂੰ ਜਿੱਦਾਂ ਆਪਾਂ ਕਿਸੇ ਦਹਿਸ਼ਤਗਰਦ, ਜਦੋਂ ਕੋਈ ਹਥਿਆਰ ਲੈ ਕੇ ਆਪਣੇ ਤੇ ਹਮਲਾ ਕਰਨ ਆ ਜਾਵੇ, ਕੋਈ ਦਹਿਸ਼ਤਗਰਦ, ਉਹਨੂੰ ਐਦਾਂ ਘੜੀਸੀ ਜਾ ਰਹੇ ਸੀ ਜਿਵੇਂ ਉਹਨੇ ਬਹੁਤ ਵੱਡਾ ਕ੍ਰਾਈਮ ਕਰ ਦਿੱਤਾ ਹੋਵੇ। ਸਾਡੀ ਇਨਸਾਨੀਅਤ, ਸਾਡੀ ਕੌਮ ਦਾ ਜਿਹੜਾ ਸਿਰਾ
ਉੱਥੋਂ ਦੀ ਮੈਨੇਜਮੈਂਟ ਨੇ ਬਿਲਕੁਲ ਨੀਵਾਂ ਕਰ ਦਿੱਤਾ। ਉਹਨਾਂ ਨੇ ਦਿਖਾ ਦਿੱਤਾ ਕਿ ਅਸੀਂ ਸਿੱਖ ਹੀ ਸਿੱਖਾਂ ਨੂੰ ਮਰਵਾ ਰਹੇ ਹਾਂ, ਤੇ ਉਹ ਖਿੱਚ ਕੇ ਲੈ ਕੇ ਗਏ ਵੀਰ ਨੂੰ, ਪੁਲਿਸ ਵਾਲਿਆਂ ਕੋਲ ਲੈ ਕੇ ਗਏ। ਤੇ ਨਾਲ ਹੀ ਜਿਹੜਾ ਸਾਡਾ ਤੁਹਾਨੂੰ ਦੱਸਿਆ ਮੋਰਚਾ ਲੱਗਿਆ ਆ, ਤੇ ਮੇਰੇ ਕੋਲ ਵੀਰ ਗੁਰਪ੍ਰੀਤ ਸਿੰਘ ਦਿੱਲਮਾ ਤੇ ਕੁਲਦੀਪ ਸਿੰਘ ਦਪਾਲੀ ਜਿਹੜੇ ਮੇਰੇ ਉੱਥੇ ਯੂਥ ਆਗੂ ਨੇ ਸਾਡੇ, ਉਹ ਸਾਰੇ ਅਸੀਂ ਆਏ ਤੇ ਉਹਨਾਂ ਨੇ ਆ ਕੇ ਕਿਹਾ ਵੀ ਵੀਰੇ ਆਹ ਗੱਲ ਹੋ ਗਈ। ਸਾਡੇ ਕੁਲਦੀਪ ਸਿੰਘ ਦਪਾਲੀ ਜੀ ਮੇਰੇ ਤੋਂ ਪਹਿਲਾਂ ਪਹੁੰਚ ਗਏ, ਤੇ ਫਿਰ ਨਾਲ ਮੇਰੇ ਕੁਲਵਿੰਦਰ ਸਿੰਘ ਮੇਰਾ ਵੀਰ ਆ ਉਹ ਵੀ ਚਲੇ ਗਿਆ। ਅਸੀਂ ਉੱਥੇ ਗਏ, ਅਸੀਂ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋ ਗਈ, ਤੇ ਜਿਹੜੇ ਹਾਕਮ ਸਿੰਘ ਸੀ ਉਹ ਕਹਿ ਰਹੇ ਸੀ ਪੁਲਿਸ ਵਾਲਿਆਂ ਨੂੰ ਇਹਦੇ ਤੇ ਪਰਚਾ ਕਰੋ, ਇਹਦੇ ਤੇ ਪਰਚਾ ਕਰੋ, ਇਹਨੇ ਖਾਲਿਸਤਾਨ ਦਾ ਨਾਰਾ ਲਾਇਆ, ਪਰਚਾ ਕਰੋ। ਪੁਲਿਸ ਵਾਲਿਆਂ ਨੂੰ ਮੈਂ ਖਾਲਿਸਤਾਨ ਦੀ ਜਿਹੜੀ ਜੱਜਮੈਂਟ ਆ ਮਾਨਯੋਗ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਜਿਹੜਾ ਸਾਨੂੰ ਅਧਿਕਾਰ ਮਿਲਿਆ ਹੋਇਆ, ਜਿਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਕਿ ਅਸੀਂ ਖਾਲਿਸਤਾਨ ਦੇ ਨਾਅਰੇ ਵੀ ਲਾ ਸਕਦੇ ਹਾਂ, ਅਸੀਂ ਖਾਲਿਸਤਾਨ ਦੇ ਨਾਂ 'ਤੇ ਮੀਟਿੰਗਾਂ ਵੀ ਕਰ ਸਕਦੇ ਹਾਂ, ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਖਾਲਿਸਤਾਨ ਦੀ ਮੰਗ ਵੀ ਕਰ ਸਕਦੇ ਹਾਂ। ਫਿਰ ਮੈਂ ਪੁਲਿਸ ਨੂੰ ਦੱਸਿਆ ਕਿ ਤੁਸੀਂ ਇਹ 'ਤੇ ਪਰਚਾ ਕਰੋ, ਫਿਰ ਅਸੀਂ ਤੁਹਾਡੇ 'ਤੇ ਪਰਚਾ ਕਰਾਵਾਂਗੇ ਜੇ ਤੁਸੀਂ ਭਾਰਤ ਦੇ ਸੁਪਰੀਮ ਕੋਰਟ ਦੇ ਆਰਡਰ ਨੂੰ ਨਹੀਂ ਮੰਨਦੇ। ਉੱਥੇ ਕਾਫੀ ਸਾਡੀ ਗੱਲਬਾਤ ਹੋਈ ਤੇ ਕੁਝ ਹੀ ਸਮੇਂ ਦੇ ਵਿੱਚ ਸਾਰਾ ਅਸੀਂ ਸੈਟੀਸਫਾਈ ਕੀਤਾ, ਪ੍ਰਸ਼ਾਸਨ ਨੂੰ ਕੀਤਾ, SHO ਸਾਹਿਬ ਨੂੰ ਕੀਤਾ, ਤੇ ਫਿਰ ਉਹ ਮੰਨੇ ਵੀ ਇਹਨਾਂ 'ਤੇ ਕੋਈ ਕਾਰਵਾਈ ਨਹੀਂ ਬਣਦੀ, ਤੇ ਉਹ ਪਰ ਫਿਰ ਵੀ ਕਹਿ ਰਹੇ ਸੀ ਕਿ ਅਸੀਂ ਇਹ 'ਤੇ ਕਾਰਵਾਈ ਕਰਵਾਉਣੀ ਆ। ਇਹ ਜਿਹੜੀ ਸਾਰੀ ਘਟਨਾ ਉੱਥੇ, ਉਹ ਵੀਰ ਬੜਾ ਡਰ ਗਿਆ, ਉਹ ਕੰਬ ਰਿਹਾ ਸੀ ਵਿਚਾਰਾ। ਉਹ ਕਹਿੰਦਾ ਮੇਰੀ ਮਾਂ ਬਿਮਾਰ ਆ, ਜੇ ਉਹਨੂੰ ਪਤਾ ਲੱਗਿਆ ਇਹ ਸਾਰਾ ਕੁਝ ਵੀ ਮੈਨੂੰ ਇਦਾਂ ਪੁਲਿਸ ਖਿੱਚ ਕੇ ਲੈ ਕੇ ਤਾਂ ਮੇਰੀ ਮਾਂ ਨੂੰ ਵੀ ਕੁਝ ਹੋ ਸਕਦਾ। ਸੋ ਅਸੀਂ ਲੱਖਾਂ ਲਾਹਨਤ ਪਾਉਂਦੇ ਆ ਹਾਕਮ ਸਿੰਘ ਨੂੰ ਤੇ ਜਿਹੜੀ ਪੂਰੀ ਟੀਮ ਆ ਕਿ ਜੇ ਤੁਸੀਂ ਪੰਜਾਬ ਦੇ ਯੂਥ ਨੂੰ ਸ਼ੰਭੂ ਮੋਰਚੇ ਤੇ ਬੁਲਾ ਕੇ ਇਦਾਂ ਜਲੀਲ ਕਰਨਾ, ਜੇ ਤੁਸੀਂ ਇਹਨਾਂ ਦੇ ਮੁਕਾਬਲੇ ਬਣਾਉਣ ਦੀਆਂ ਗੱਲਾਂ ਕਹਿ ਲਓ, ਆਪਾਂ ਪੁਲਿਸ ਕੋਲੋਂ ਇਹਨਾਂ ਨੂੰ ਫੜਾ ਕੇ ਤੁਸੀਂ ਮਰਵਾਉਣਾ, ਤਾਂ ਫਿਰ ਜਿਹੜੀ ਤੁਹਾਡੀ ਮਨਸ਼ਾ ਉਹ ਪੰਜਾਬ ਦੇ ਵਿੱਚ ਹੌਲੀ ਹੌਲੀ ਕਲੀਅਰ ਹੁੰਦੀ ਜਾ ਰਹੀ ਹੈ ਕਿ ਤੁਸੀਂ ਕਿਹੜੀ ਮਨਸ਼ਾ ਦੇ ਨਾਲ ਤੁਸੀਂ ਉੱਥੇ ਬੈਠੇ ਹੋ। ਇਹ ਘਟਨਾ ਜੀ ਸਾਰੀ ਉਸ ਦਿਨ ਦੀ। ਸੇਖੋ ਸਾਹਿਬ, ਜਦੋਂ ਇੱਕ ਦਿਨ ਪਹਿਲਾਂ ਚੰਡੀਗੜ੍ਹ ਵਿਖੇ ਦੀਪ ਸਿੱਧੂ ਪ੍ਰੈਸ ਕਾਨਫਰੰਸ ਕਰਦੇ ਨੇ, ਜਦੋਂ ਉਹ ਕਹਿੰਦੇ ਨੇ ਕਿ ਮੈਂ ਉਸ ਹਰ ਪੰਜਾਬ ਦਰਦੀ ਕੋਲੇ ਜਾਊਂਗਾ ਕਿ ਜਿਹਨੂੰ ਪੰਜਾਬ ਨਾਲ ਦਰਦ ਆ ਤੇ ਉਹ ਇਸ ਮੋਰਚੇ ਦੇ ਵਿੱਚ ਆ ਕੇ ਸ਼ਮੂਲੀਅਤ ਕਰੇ। ਉੱਥੇ ਹੀ ਉਹ ਇੱਕ ਗੱਲ ਬੋਲਦੇ ਨੇ ਕਿ ਜਿਹੜਾ ਸਾਡੇ ਨਾਲ ਕੁਛ ਮੰਨ ਲਓ ਫਰਲਾਂਗ 'ਤੇ ਜਿਹੜਾ ਇੱਕ ਟੈਂਟ ਲੱਗਿਆ ਹੋਇਆ, ਉਸ ਦੇ ਵਿੱਚ ਕੌਣ ਲੋਕ ਬੈਠਦੇ ਨੇ, ਉਸ ਬਾਰੇ ਤੁਸੀਂ ਸਪਸ਼ਟ ਕਰੋਗੇ ਕਿ ਉਹਨਾਂ ਦਾ ਕੀ ਕਹਿਣਾ, ਉਹ ਕਿਸ ਗੱਲ ਵੱਲ ਇਸ਼ਾਰਾ ਕਰਦਾ ਜੀ? ਉਸ ਦਿਨ ਚੰਡੀਗੜ੍ਹ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ, ਮੇਰਾ ਦੀਪ ਵੀਰ, ਮੈਂ ਉਹਦਾ ਬੜਾ ਸਤਿਕਾਰ ਕਰਦਾ, ਤੇ ਉਹਨੇ ਇਹ ਗੱਲ ਕਹਿ ਦੇਣੀ ਕਿ ਜਿਹੜੇ ਨਾਲ ਦੇ ਟੈਂਟ ਦੇ ਵਿੱਚ ਲੋਕ ਬੈਠੇ ਨੇ ਕਿ ਉਹ ਸਰਕਾਰਾਂ ਵੱਲੋਂ ਬਿਠਾਏ ਗਏ ਨੇ। ਜੇ ਅਸੀਂ ਸਰਕਾਰੀ ਆ, ਜੇ ਮਾਨ ਸਾਹਿਬ ਸਰਕਾਰੀ ਨੇ, ਤਾਂ ਦੀਪ ਸਿੱਧੂ ਨੂੰ ਪਹਿਲਾਂ ਮਾਨ ਸਾਹਿਬ ਦਾ ਇਤਿਹਾਸ ਚੈੱਕ ਕਰਨਾ ਚਾਹੀਦਾ, ਦੇਖਣਾ ਚਾਹੀਦਾ ਸਾਡੇ ਕੋਲ ਕਿੰਨਾ ਕੁ ਲਗਜ਼ਰੀ ਗੱਡੀਆਂ ਨੇ, ਕਿੰਨਾ ਕੁ ਸਰਕਾਰ ਨੇ ਸਾਨੂੰ ਸਾਡੀਆਂ ਪ੍ਰਾਪਰਟੀਆਂ ਬਣਾ ਦਿੱਤੀਆਂ, ਕਿਹੜੀ ਅਸੀਂ ਸਰਕਾਰ ਨੂੰ ਕੌਮ ਨੂੰ ਵੇਚ ਕੇ ਅਸੀਂ ਕੁਰਸੀ ਪ੍ਰਾਪਤ ਕਰ ਲਈ ਆ, ਕਿਹੜਾ ਅਸੀਂ ਪੰਜਾਬ ਦੇ ਵਿੱਚ ਚਿੱਟਾ ਵੇਚਿਆ, ਕਿਹੜਾ ਅਸੀਂ ਪੰਜਾਬ ਦਾ ਪਾਣੀ ਵੇਚਤਾ, ਕਿਹੜਾ ਅਸੀਂ ਪੰਜਾਬ ਦੀ ਨੌਜਵਾਨੀ ਦਾ ਘਾਣ ਕਰਵਾਤਾ। ਸਾਨੂੰ ਦੱਸੇ ਤਾਂ ਸਹੀ ਅਸੀਂ ਕਿੱਧਰੋਂ ਸਰਕਾਰੀ ਆ। ਸਰਕਾਰੀ ਤਾਂ ਉਹ ਨੇ ਜਿਨ੍ਹਾਂ ਦੀ RSS ਦੇ ਨਾਲ ਯਾਰੀਆਂ ਨੇ, ਜਿਹੜੇ ਬਾਦਲ ਵਰਗੇ ਨੇ ਜਾਂ ਕੈਪਟਨ ਵਰਗੇ ਨੇ, ਜਾਂ ਜਿਹੜੇ ਦੀਪ ਵੀਰ ਦੀ ਸਟੇਜ 'ਤੇ ਆ ਕੇ ਬੋਲਦਾ ਬੈਂਸ, ਜਿਹਦੇ ਕੋਲ 1994-95 ਤੱਕ ਕੀ ਸੀਗਾ ਤੇ ਅੱਜ ਉਹਦੀ ਪ੍ਰਾਪਰਟੀ ਕਿੱਥੇ ਚਲੇ ਗਈ ਆ। ਸਰਕਾਰੀ ਇਹ ਜੇ ਦਮ ਰੱਖਦਾ ਤਾਂ ਸਰਕਾਰੀਆਂ ਨੂੰ ਸਰਕਾਰੀ ਕਹੇ। ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ, ਅਸੀਂ ਦੀਪ ਨੂੰ ਘੇਰ ਕੇ ਗੱਲ ਪੁੱਛਣੀ ਆ। ਮੈਨੂੰ 2 ਦਿਨ ਹੋ ਗਏ ਉਹ ਮਿਲਿਆ ਨਹੀਂ। ਜੇ ਉਹ ਸਾਨੂੰ ਸਰਕਾਰੀ ਸਿੱਧ ਕਰੇ, ਨਹੀਂ ਅਸੀਂ ਸਿੱਧ ਕਰਾਂਗੇ ਕਿ ਉਹ ਕਿਵੇਂ RSS ਦਾ ਯਾਰ ਆ ਤੇ ਕਿਵੇਂ ਉਹਨੂੰ RSS ਨੇ ਫਿੱਟ ਕੀਤਾ ਹੋਇਆ। ਫਿਰ ਜੇ ਉਹ ਇਹ ਗੱਲ ਸਾਨੂੰ ਸਰਕਾਰੀ ਕਹਿੰਦਾ, ਫਿਰ ਅਸੀਂ ਇਹਦਾ ਜਵਾਬ ਜ਼ਰੂਰ ਦੇਵਾਂਗੇ ਦੀਪ ਸਿੱਧੂ ਨੂੰ। ਸੋ ਇਹ ਬਹੁਤ ਮੰਦਭਾਗੀ ਘਟਨਾ ਤੇ ਮੰਦਭਾਗਾ ਉਹਦਾ ਬਿਆਨ ਆ। ਜਿਹੜਾ ਇਨਸਾਨ 35 ਸਾਲ ਦੇ ਵਿੱਚ 35 ਸਾਲ ਤੋਂ ਜਦੋਂ ਪੰਜਾਬ ਦੇ ਵਿੱਚ ਹੁਣ ਜਿਹੜੇ ਸੰਤਾਂ ਦੀਆਂ ਫੋਟੋਆਂ ਲਾਈ ਫਿਰਦੇ ਨੇ ਨਾ, ਦੀਪ ਗੱਲ ਕਰਦਾ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੀ, ਇੱਥੇ ਸੰਤਾਂ ਦੀ ਕੋਈ ਫੋਟੋ ਨਹੀਂ ਸੀ ਲਾਉਣ ਦਿੰਦਾ। ਭਿੰਡਰਾਂ ਵਾਲੇ ਸੰਤਾਂ ਦਾ ਪੰਜਾਬ ਦੇ ਵਿੱਚ ਕੋਈ ਨਾਂ ਨਹੀਂ ਸੀ ਲੈਣ ਦਿੰਦਾ, ਨਾ ਸਾਡੇ ਕੋਈ ਸਿੰਘ ਸ਼ਹੀਦ ਦਾ ਕੋਈ ਵੀ ਇੱਥੇ ਬਰਸੀ ਮਨਾਉਣ ਦਿੰਦਾ ਸੀਗਾ, ਚਾਹੇ ਭਾਈ ਸਤਵੰਤ ਸਿੰਘ ਹੋਣ, ਚਾਹੇ ਬਲਵੰਤ ਸਿੰਘ ਹੋਣ, ਚਾਹੇ ਭਾਈ ਸੁੱਖਾ, ਭਾਈ ਜਿੰਦਾ ਹੋਣ, ਕਿਸੇ ਦਾ ਇੱਥੇ ਪੰਜਾਬ 'ਚ ਨਾਂ ਨਹੀਂ ਸੀ ਲੈਣ ਦਿੰਦੇ। ਮਾਨ ਸਾਹਿਬ ਨੇ ਕੁਰਸੀ ਨੂੰ ਛੱਡ ਕੇ ਸਾਡੇ ਜਿਹੜੇ 1984 ਤੋਂ ਲੈ ਕੇ 95 ਤੱਕ ਦੇ ਸ਼ਹੀਦ ਨੇ, ਉਹਨਾਂ ਦੇ ਇਤਿਹਾਸ ਨੂੰ ਜਿੰਦਾ ਰੱਖਿਆ, ਉਹਨਾਂ ਦੀਆਂ ਬਰਸੀਆਂ ਮਨਾਈਆਂ ਤੇ ਉਹਨਾਂ ਦਾ ਜਿਹੜਾ ਨਾਮ ਆ ਪੂਰੇ ਇਤਿਹਾਸ ਦੇ ਵਿੱਚ ਜਿਹੜਾ ਲਿਖਾਇਆ। ਜੇ ਫਿਰ ਵੀ ਮਾਨ ਸਾਹਿਬ ਸਰਕਾਰੀ ਨੇ, ਫਿਰ ਬਾਦਲ ਕੌਣ ਆ ਜਿਹੜਾ ਕੌਮ ਨੂੰ ਵੇਚ ਗਿਆ, 5 ਵਾਰੀ ਮੁੱਖ ਮੰਤਰੀ ਬਣਾਤਾ, ਪੰਜਾਬ ਦੇ ਨੌਜਵਾਨਾਂ ਦੀ ਕਤਲੋਗਾਰਤ ਕਰਾਤੀ, ਤੇ KPS ਗਿੱਲ ਨਾਲ ਮਿਲ ਕੇ ਮੀਟਿੰਗਾਂ ਕਰਕੇ
ਝੂਠੇ ਪੁਲਿਸ ਮੁਕਾਬਲੇ ਬਣਾਤੇ। ਬਾਈਬਲ ਕਲਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਉੱਥੇ ਰੋਸ ਮੁਜ਼ਾਹਰਾ ਕਰ ਰਹੀ ਸੀ, ਉਹਨਾਂ ਤੇ ਗੋਲੀਆਂ ਚਲਾ ਕੇ 2 ਸਿੰਘ ਸ਼ਹੀਦ ਕਰਵਾਤੇ। ਆ ਹੁਣ ਬੀਬੀ ਹਰਸਿਮਰਤ ਕੌਰ ਬਾਦਲ ਉੱਥੇ ਕੈਬਨਿਟ ਦੇ ਵਿੱਚ ਬੈਠ ਕੇ ਕਿਸਾਨਾਂ ਦੇ ਵਿਰੁੱਧ ਜਿਹੜਾ ਬਿੱਲ ਪਾਸ ਕਰਾ ਕੇ ਆਈ ਆ ਤੇ ਪੰਜਾਬ ਦਾ ਪਾਣੀ ਦੇਤਾ। ਕੈਪਟਨ ਸਾਹਿਬ ਝੂਠੀ ਸਹੁੰ ਖਾ ਗਿਆ, ਗੁਟਕਾ ਸਾਹਿਬ ਫੜ ਕੇ ਹੱਥ ਦੇ ਵਿੱਚ। ਹਰ ਪੰਜਾਬ ਦੇ ਪਿੰਡ ਦੇ ਵਿੱਚ 4-4 ਨਸ਼ਾ ਵੇਚਣ ਵਾਲੇ ਡੀਲਰ ਬੈਠੇ ਨੇ। ਸਰਕਾਰੀ ਫਿਰ ਅਸੀਂ ਹੋ ਗਏ। ਜੇ ਅਸੀਂ ਜੇ ਇਹ ਸੰਤਾਂ ਨੂੰ ਵੀ ਸਰਕਾਰੀ ਦੱਸਦੇ ਸੀ, ਇਹ ਲੋਕ ਸੰਤਾਂ ਨੂੰ ਕਾਂਗਰਸ ਦਾ ਏਜੰਟ ਦੱਸਦੇ ਰਹੇ ਨੇ, ਉਹੀ ਚੀਜ਼ ਸਾਨੂੰ ਕਰ ਰਹੇ ਨੇ। ਭਾਈ ਦੀਪ ਵੀਰ, ਸਰਕਾਰੀ ਅਸੀਂ ਨਹੀਂ, ਜਿਹੜੇ ਸਰਕਾਰੀ ਨੇ ਉਹਨਾਂ ਨੂੰ ਸਰਕਾਰੀ ਕਹਿਣ ਦੀ ਜੁਰਤ ਰੱਖ। ਜੇ ਦਮ ਰੱਖਦਾ ਨਾ, ਜੇ ਤੇਰੇ 'ਚ ਜੁਰਤ ਆ, ਜੇ ਤੂੰ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੀ ਗੱਲ ਕਰਦਾ, ਜੇ ਤੂੰ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ, ਤੇ ਫਿਰ ਤੂੰ ਸਿੱਧਾ ਹੋ ਕੇ ਘੁੰਡ ਕੱਢ ਕੇ ਨਾ ਗੱਲ ਕਰ, ਘੁੰਡ ਚੱਕ। ਫਿਰ ਸੰਤਾਂ ਦੀ ਫੋਟੋ ਵੀ ਲਾ ਸਟੇਜ ਦੇ ਉੱਤੇ, ਫਿਰ ਬਾਬਾ ਬਘੇਲ ਸਿੰਘ ਦੀ ਵੀ ਫੋਟੋ ਲਾ, ਫਿਰ ਉੱਥੇ ਸੁੱਖੇ ਜਿੰਦੇ ਦੀ ਵੀ ਫੋਟੋ ਲਾ, ਉੱਥੇ ਲਾ ਸਾਡੇ ਸਿੰਘਾਂ ਸ਼ਹੀਦਾਂ ਦੀਆਂ ਫੋਟੋਆਂ। ਜੇ ਖਾਲਿਸਤਾਨ ਦਾ ਨਾਅਰਾ ਲਾਤਾ, ਕਿੱਡੀ ਕੁ ਵੱਡੀ ਗੱਲ ਹੋ ਗਈ, ਤੁਸੀਂ ਮੈਨੂੰ ਦੱਸੋ। ਆਪਾਂ ਮੇਰੇ ਕੋਲ ਇੱਥੇ ਕੋਈ ਆ ਕੇ ਖਾਲਿਸਤਾਨ ਦਾ ਨਾਅਰਾ ਲਾ ਦੇਵੇ, ਜਾਂ ਇੱਥੇ ਮੇਰੇ ਕੋਲ ਕੋਈ ਹਿੰਦੁਸਤਾਨ ਦਾ ਨਾਅਰਾ ਲਾ ਦੇਵੇ, ਜਾਂ ਹੋਰ ਦੇਸ਼ ਦਾ ਲਾ ਦੇਵੇ, ਮੈਂ ਉਹ ਵੀਰ ਨੂੰ ਪਰਾਂ ਲਿਜਾ ਕੇ ਕਹੂੰਗਾ ਵੀ ਵੀਰ, ਸਾਡੇ ਇਹ ਜਿਹੜਾ ਸਟੇਜ ਆ ਇਹਦੀ ਪਾਲਿਸੀ ਨਹੀਂ ਹੈਗੀ, ਤੂੰ ਇਸ ਕਰਕੇ ਇੱਥੇ ਨਾ ਲਾ। ਸੋ ਇਹ ਜਿਹੜਾ ਉਹਨੂੰ ਜਲੀਲ ਕੀਤਾ, ਇਹ ਬਿਲਕੁਲ ਗਲਤ ਕੀਤਾ। ਜਿਹੜਾ ਸਾਨੂੰ ਸਰਕਾਰੀ ਕਿਹਾ, ਉਹ ਵੀ ਇਹਨੇ ਬਿਲਕੁਲ ਗਲਤ ਕਿਹਾ, ਉਹਦੀ ਮਾਫੀ ਮੰਗਣੀ ਚਾਹੀਦੀ ਆ ਤੇ ਸਾਨੂੰ ਸਿੱਧ ਕਰਨਾ ਚਾਹੀਦਾ ਵੀ ਕਿਵੇਂ ਸਾਨੂੰ ਅਸੀਂ ਸਰਕਾਰੀਆਂ ਤੇ ਕਿਵੇਂ ਉਹ ਸਰਕਾਰੀ ਆ। ਸਿੱਖੋ ਵੀਰ, ਇੱਕ ਜਦੋਂ ਪਰਸੋਂ ਉਧਰ ਘਟਨਾਕ੍ਰਮ ਵਾਪਰਿਆ, ਦੀਪ ਨੇ ਖੁਦ ਆਖਿਆ ਕਿ ਮੈਂ ਉਸ ਵਕਤ ਉੱਥੇ ਮੌਜੂਦ ਨਹੀਂ ਸੀ। ਜਦੋਂ ਮੈਨੂੰ ਪਤਾ ਲੱਗਿਆ ਵੀ ਉਸ ਨੌਜਵਾਨ ਨੂੰ ਕੁਝ ਸਾਡੇ ਜਿਹੜੇ ਮੋਰਚੇ ਦੇ ਵਿੱਚ ਮੌਜੂਦ ਸੀ ਉਹਨਾਂ ਵੱਲੋਂ ਪੁਲਿਸ ਨੂੰ ਫੜਾਇਆ ਗਿਆ, ਪਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਉਸ ਵਕਤ ਦੀਪ ਸਿੱਧੂ ਖੁਦ ਵੀ ਮੌਜੂਦ ਸੀ ਉੱਥੇ ਜੀ। ਬਿਲਕੁਲ, ਦੀਪ ਵੀਰ ਵੀ ਉੱਥੇ ਮੌਜੂਦ ਸੀਗਾ। ਉਹ ਬਿਲਕੁਲ ਇਸ ਗੱਲ ਤੋਂ ਝੂਠ ਬੋਲ ਰਹੇ ਨੇ। ਝੂਠ ਉਹਨਾਂ ਨੂੰ ਬੋਲਣਾ ਨਹੀਂ ਚਾਹੀਦਾ। ਚਲੋ ਗਲਤੀਆਂ ਹੋ ਗਈਆਂ, ਉਹਨੂੰ ਗਲਤੀ ਨੂੰ ਦੱਸਣਾ ਚਾਹੀਦਾ, ਲੋਕਾਂ ਦੇ ਵਿੱਚ ਸੱਚਾਈ ਦੱਸਣੀ ਚਾਹੀਦੀ। ਉੱਥੇ ਬਿਲਕੁਲ ਮੌਜੂਦ ਸੀਗਾ। ਤੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਬੇਨਤੀ ਜ਼ਰੂਰ ਕਰਦਾ, ਤੁਹਾਡੇ ਚੈਨਲ ਦੇ ਥਰੂ ਦੇ ਵਿੱਚ ਕਰਦਾ, ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਸ਼ਾਂਤੀ ਰਹੇ, ਪੰਜਾਬ ਦੇ ਨੌਜਵਾਨਾਂ ਨੂੰ ਕਿਸੇ ਗਲਤ ਪਾਸੇ ਨਾ ਤੋਰਿਆ ਜਾਵੇ। ਜਿਹੜੇ ਪ੍ਰਬੰਧਕਾਂ ਦੀ ਜਿਹੜੀਆਂ ਸਟੇਜਾਂ ਨੇ, ਚਾਹੇ ਉਹ ਕਿਸੇ ਕਿਸਾਨਾਂ ਦੇ ਜਥੇਬੰਦੀ ਦੀ ਆ, ਚਾਹੇ ਉਹ ਕਿਸੇ ਮੇਰੇ ਗਾਇਕ ਵੀਰਾਂ ਦੀ ਆ, ਚਾਹੇ ਉਹ ਦੀਪ ਸਿੱਧੂ ਦੀ ਆ, ਜਿਹੜੇ ਸਟੇਜਾਂ ਦੀਆਂ ਪਾਲਿਸੀਜ਼ ਨੇ, ਜਿਹੜੀ ਉਹਨਾਂ ਦੀ ਉੱਥੇ ਪ੍ਰੋਟੋ ਹੈਗੀ, ਅਕਾਲ ਬਣਾਈ ਹੋਈ ਆ ਵੀ ਅਸੀਂ ਇੱਦਾਂ ਚਲਾਉਣੀ ਆ ਇਹਨੂੰ, ਜੋ ਵੀ ਆ ਉਸ ਦੇ ਅਧੀਨ ਚਲਾਇਆ ਜਾਵੇ। ਤੇ ਕੋਈ ਵੀ ਜਾ ਕੇ ਉੱਥੇ ਇਹੋ ਜਿਹੀ ਗੱਲ ਨਾ ਕਰੇ। ਜੇ ਦੀਪ ਵੀਰ ਉਹਨੀ ਜੈ ਭਾਰਤ ਮਾਤਾ ਦੀ ਗੱਲ ਕਰਦੇ ਨੇ, ਜਾਂ ਉਹ ਭਾਰਤ ਦੀ ਅਖੰਡਤਾ ਦੇ ਵਿੱਚ ਵਿਸ਼ਵਾਸ ਰੱਖਦੇ ਨੇ, ਤਾਂ ਮੈਂ ਬੇਨਤੀ ਕਰਦਾ ਕਿ ਉੱਥੇ ਜੈ ਭਾਰਤ ਮਾਤਾ ਕਹਿ ਕੇ ਉੱਥੇ ਜਿਹੜਾ ਆਪਣਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ, ਤਾਂ ਜੋ ਪਤਾ ਲੱਗ ਸਕੇ ਪੰਜਾਬ ਦੇ ਨੌਜਵਾਨ ਨੂੰ ਵੀ ਅਸੀਂ ਜੇ ਉੱਥੇ ਮੋਰਚੇ 'ਚ ਜਾਣਾ ਤਾਂ ਸਾਨੂੰ ਇਸ ਪਾਲਿਸੀ ਦੇ ਅਧੀਨ ਉੱਥੇ ਆਪਣੀ ਗੱਲਬਾਤ ਰੱਖਣੀ ਪੈਣੀ ਆ। ਤੇ ਇੱਕ ਗੱਲ ਮੈਂ ਲਾਸਟ ਦੇ ਵਿੱਚ ਮੈਂ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਜਿੰਨੇ ਸਾਡੇ ਢਾਡੀ ਨੇ, ਜਿੰਨੇ ਸਾਡੇ ਸਿੱਖ ਜਥੇਬੰਦੀਆਂ ਦੇ ਲੀਡਰ ਨੇ, ਜਿੰਨੇ ਪੰਜਾਬ ਨਾਲ ਦਰਦ ਰੱਖਦੇ ਨੇ, ਜੇ ਤਾਂ ਉਹਨਾਂ ਨੂੰ ਹੈਗੀ ਆ ਆਪਣੀ ਕੌਮ ਦੀ ਅਣਖ ਪਿਆਰੀ, ਫਿਰ ਤਾਂ ਉਹ ਕਰਨ ਇਹੋ ਜਿਹੇ ਲੋਕਾਂ ਦਾ ਬਾਈਕਾਟ, ਜਿਹੜੇ ਇੱਕ ਨਾਰਾ ਲਾਉਣ ਤੇ ਨੌਜਵਾਨ ਦੀ ਖਿੱਚ ਤੂ ਕਰਕੇ ਥਾਣਿਆਂ ਦੇ ਵਿੱਚ ਫੜਾਉਂਦੇ ਨੇ। ਜਿਹੜੇ ਵੀ ਹੁਣ ਉੱਥੇ ਢਾਡੀ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਜਾਣਗੀਆਂ, ਫਿਰ ਉਹ ਕੌਮ ਨਾਲ ਕਿਤੇ ਨਾ ਕਿਤੇ ਉਹ ਵੀ ਜਵਾਬਦੇਹ ਹੋਣਗੀਆਂ, ਉਹ ਵੀ ਕਿਤੇ ਕੌਮ ਨਾਲ ਗਰਦਾਰੀ ਕਰ ਰਹੀਆਂ ਨੇ। ਪਰ ਜਿਹੜੇ ਉੱਥੇ ਜਾ ਕੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਨੇ ਤਾਂ ਕਿਹਾ ਸੀ ਕਿ ਖਾਲਿਸਤਾਨ ਦੀ ਨਹੀਂ ਰੱਖੂਗੀ। ਜੇ ਖਾਲਿਸਤਾਨ ਦੀ ਗੱਲ ਹੀ ਨਹੀਂ ਕਰਨੀ, ਫਿਰ ਗੱਲ ਕਲੀਅਰ ਕਰ ਦੇਣ ਵੀ ਅਸੀਂ ਖਾਲਿਸਤਾਨ ਦੀ ਗੱਲ ਹੀ ਨਹੀਂ ਕਰਨੀ, ਸਾਡੇ ਕੋਲ ਤਾਂ ਜਿਹੜਾ ਸਾਡਾ ਏਜੰਡਾ ਉਹ ਕਲੀਅਰ ਕਰਨ ਵੀ ਅਸੀਂ ਪੋਲੀਟੀਕਲ ਪਾਰਟੀ ਬਣਾਉਣੀ ਆ ਪੰਜਾਬ ਦੇ ਵਿੱਚ, 22 ਦੇ ਵਿੱਚ ਇਲੈਕਸ਼ਨ ਲੜਨੀ ਆ। ਸੋ ਇਹ ਗੱਲ ਕਲੀਅਰ ਕਰ ਦੇਣੀ ਚਾਹੀਦੀ ਆ ਉਹਨਾਂ ਨੂੰ, ਇਹ ਲੁਕੋ ਨਹੀਂ ਰੱਖਣਾ ਚਾਹੀਦਾ, ਕਿਉਂਕਿ ਕਲੀਅਰ ਤਾਂ ਲਗਭਗ ਹੋ ਹੀ ਚੁੱਕੀ ਆ। ਦੀਪ ਵੀਰੀ ਦਾ ਜਿਹੜਾ ਅਗਲਾ ਏਜੰਡਾ ਉਹ 22 ਦੇ ਵਿੱਚ ਜਿਹੜੀਆਂ ਇਲੈਕਸ਼ਨ ਜਿਹੜੀਆਂ ਉਹ ਲੜਨ ਜਾ ਰਹੇ ਨੇ, ਕਿਉਂਕਿ ਉਹਨਾਂ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਦੱਸਿਆ ਕਿ ਇੱਕ ਜਿਹੜੀ ਪਾਰਟੀ ਉੱਥੋਂ ਸ਼ੰਭੂ ਮੋਰਚੇ ਦੇ ਵਿੱਚੋਂ ਕਿਸਾਨਾਂ ਲਈ ਕੁਝ ਨਹੀਂ ਉੱਭਰ ਕੇ ਆਉਣਾ, ਉੱਥੋਂ ਸਿਰਫ ਇੱਕ ਜਿਹੜੀ ਨਵੀਂ ਪਾਰਟੀ ਆ ਪੰਜਾਬ ਦੇ ਵਿੱਚ 22 ਲਈ, ਉਹ ਜ਼ਰੂਰ ਨਿਕਲੂਗੀ ਉੱਥੋਂ ਜੀ। ਸਿੱਖੋ ਭਾਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਦੀਪ ਵੱਲੋਂ ਆਉਂਦੇ ਦਿਨਾਂ ਦੇ ਵਿੱਚ, ਜਿਸ ਤਰ੍ਹਾਂ ਉਹ ਖੁਦ ਵੀ ਕਹਿ ਚੁੱਕੇ ਆ ਕਿ ਅਸੀਂ ਇੱਕ ਸਿਆਸੀ ਮੰਚ ਬਣਾਉਣ ਜਾ ਰਹੇ ਹਾਂ, ਔਰ ਜਿਹਦੇ 'ਚ ਅਸੀਂ ਹਰ ਇੱਕ ਨੂੰ ਸੱਦਾ ਦਿੰਦੇ ਹਾਂ ਕਿ ਉਹ ਇੱਥੇ ਆਉਣ ਔਰ ਆ ਕੇ ਪੰਜਾਬ ਲਈ ਗੱਲ ਕਰਨ। ਪਰ ਜਦੋਂ ਸਾਰਿਆਂ ਨੂੰ ਪਤਾ ਵਾ ਕਿ ਇਸ ਵਕਤ ਜਿਹੜੀ ਸਾਡੀ ਲੜਾਈ ਆ ਉਹ ਕੇਂਦਰ ਸਰਕਾਰ ਨਾਲ ਇੱਕੋ ਆ ਕੇ ਕਿਸਾਨਾਂ ਦੇ ਖਿਲਾਫ ਜਿਹੜੇ 3 ਕਾਲੇ ਕਾਨੂੰਨ ਲਿਆਂਦੇ ਨੇ ਖੇਤੀ ਸੰਬੰਧੀ, ਉਹਨਾਂ ਨੂੰ ਵਾਪਸ ਕਰਾਉਣਾ, ਬਲਕਿ ਉੱਥੇ ਦੀਪ ਉਸ ਕਿਸਾਨਾਂ ਦੀ ਗੱਲ ਨਾਲੋਂ ਹਟ ਕੇ ਗੱਲਾਂ ਕਰਦੇ ਨੇ। ਕੀ ਇਸ ਬਾਰੇ ਕੁਝ ਹੋਰ ਤਾਂ ਨਹੀਂ ਕਿ ਇਹ ਜਿਸ ਤਰ੍ਹਾਂ ਇਹਨਾਂ 'ਤੇ ਪਹਿਲਾਂ ਵੀ ਇਲਜ਼ਾਮ ਲੱਗਦੇ ਨੇ ਕਿ ਇਹ RSS ਦਾ ਹੋ ਸਕਦਾ, ਜਾਂ ਇਹਦੇ ਪਿੱਛੇ ਹੋਰ ਜਿਹੜੀਆਂ ਸ਼ਕਤੀਆਂ ਨੇ ਉਹ ਕੰਮ ਕਰਦੀਆਂ ਹੋਣਗੀਆਂ? ਦੇਖੋ, ਅਸੀਂ ਇਸ ਗੱਲ ਨਹੀਂ, ਇਹ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਪਿਕਚਰ ਆ ਜਿਹੜੀ ਉਹ ਕਲੀਅਰ ਹੋ ਜਾਣੀ ਆ। ਪਰ ਇੱਕ ਗੱਲ ਜ਼ਰੂਰ ਆ
ਵੀ ਜਿਹੜੇ ਆਪਾਂ ਨੇ ਮੋਰਚੇ ਲਾਏ ਨੇ ਕਿਸਾਨਾਂ ਦੇ, ਜਿਹੜੇ ਕਾਲੇ ਜਿਹੜੇ ਸਾਡੇ ਤੇ 3 ਕਾਨੂੰਨ ਜਿਹੜੇ ਮੋਦੀ ਨੇ ਥੋਪ ਦਿੱਤੇ ਨੇ, ਉਹਨਾਂ ਨੂੰ ਰੱਦ ਕਰਵਾਉਣ ਲਈ ਲਾਏ ਨੇ। ਪਰ ਉੱਥੇ ਜਿਹੜੀ ਗੱਲ ਆ ਉਹ ਕਾਨੂੰਨਾਂ ਦੀ ਤਾਂ ਹੋ ਨਹੀਂ ਰਹੀ। ਉੱਥੇ ਗੱਲ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੀ ਗੱਲ ਕਰਦੇ ਨੇ, ਪਰ ਉਹਨਾਂ ਦੀ ਗੱਲ ਕਰਕੇ ਵੀ ਉਹ ਪੰਜਾਬ ਦੀ ਖੁਦ ਮੁਖਤਿਆਰੀ ਦੀ ਜਾਂ ਪੰਜਾਬ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਦੇ ਨੇ। ਪਰ ਉਹ ਸਾਨੂੰ ਕਲੀਅਰ ਇਹ ਨਹੀਂ ਕਰ ਸਕੇ ਹੁਣ ਤੱਕ ਉਹ ਕਿ ਉਹ ਚਾਹੁੰਦੇ ਕੀ ਨੇ, ਉਹਨਾਂ ਦਾ ਏਜੰਡਾ ਕੀ ਆ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੁੱਛਣਾ ਚਾਹੁੰਦਾ ਵੀ ਦੀਪ ਵੀਰ ਦਾ ਏਜੰਡਾ ਕੀ ਆ। ਕੀ ਉਹ ਕਹਿੰਦੇ ਨੇ ਕਿ ਪੰਜਾਬ ਦਾ ਭਲਾ ਨਹੀਂ ਹੋ ਸਕਦਾ, ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਹੋ ਸਕਦਾ ਜਿੰਨਾ ਚਿਰ ਤੱਕ ਸਾਨੂੰ ਵੱਧ ਅਧਿਕਾਰ ਨਹੀਂ ਮਿਲਦੇ। ਅਨੰਦਪੁਰ ਸਾਹਿਬ ਦਾ ਮਤਾ ਤਾਂ ਖਤਮ ਹੋ ਗਿਆ। ਅਨੰਦਪੁਰ ਸਾਹਿਬ ਦੇ ਮਤੇ ਦੀ ਲੜਾਈ, ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਸੀਗਾ ਉਹ ਸੀਗਾ 30 ਮਈ 1984 ਤੱਕ। ਉਦੋਂ ਤੱਕ ਸਾਡੀ ਅਨੰਦਪੁਰ ਸਾਹਿਬ ਦੇ ਮਤੇ ਦੀ ਲੜਾਈ ਸੀ। ਜਦੋਂ 1 ਜੂਨ 1984 ਨੂੰ ਦਰਬਾਰ ਸਾਹਿਬ ਤੇ ਜਿਹੜੀ ਆਰਮੀ ਆ, ਉਹ ਸਾਡੀਆਂ 3 ਦੇਸ਼ਾਂ ਦੀਆਂ ਆਰਮੀਆਂ ਨੇ, ਜਿਹੜੀਆਂ ਸ਼ਕਤੀਆਂ ਨੇ, ਉਹ ਐਂਟਰ ਹੋ ਗਈਆਂ, ਤਾਂ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ ਨੇ ਕਿਹਾ ਸੀਗਾ ਵੀ ਖਾਲਿਸਤਾਨ ਦੀ ਨਹੀਂ ਰੱਖੀ ਜਾਊ। ਜੇ ਹੁਣ ਤੁਸੀਂ ਇਹ ਰਿਵਰਸ ਗੇਅਰ ਲਾਉਣਾ, ਜਿਵੇਂ ਕਸ਼ਮੀਰ ਦੇ ਵਿੱਚ ਹੋਇਆ, ਪਹਿਲਾਂ ਕਸ਼ਮੀਰੀ ਲੜ ਰਹੇ ਸੀ ਆਜ਼ਾਦੀ ਦੇ ਲਈ ਵੀ ਸਾਨੂੰ ਆਜ਼ਾਦੀ ਚਾਹੀਦੀ ਆ, ਹੁਣ ਉਹਨਾਂ ਦੀ ਧਾਰਾ 370 ਤੋੜ ਦਿੱਤੀ ਆ, ਹੁਣ ਉਹ ਲੜਨ ਲੱਗੇ ਵੀ ਸਾਡੀ ਧਾਰਾ 370 ਜਿਹੜੀ ਆ ਬਹਾਲ ਕੀਤੀ ਜਾਵੇ। ਫਿਰ ਅਸੀਂ 2.5 ਲੱਖ ਨੌਜਵਾਨ ਜਿਹੜੇ ਸ਼ਹੀਦ ਕਰਾ ਲਏ ਖਾਲਿਸਤਾਨ ਦੇ ਲਈ, ਫਿਰ ਅਸੀਂ ਰਿਵਰਸ ਗੇਅਰ ਕਿਉਂ ਪਾ ਲਈਏ ਅਨੰਦਪੁਰ ਸਾਹਿਬ ਦੇ ਮਤੇ ਦਾ? ਬਿਲਕੁਲ ਸਾਡੀ ਲੜਾਈ ਅਨੰਦਪੁਰ ਸਾਹਿਬ ਦੇ ਮਤੇ ਦੀ ਨਹੀਂ। ਹੁਣ ਤਾਂ ਸਾਡੀ ਜਿਹੜੀ ਲੜਾਈ ਆ ਉਹ ਆਜ਼ਾਦ ਬਾਦਸ਼ਾਹੀ ਦੀ ਆ, ਪੰਜਾਬ ਦੀ ਆਜ਼ਾਦੀ ਦੀ ਆ। ਇਦੋਂ ਘੱਟ ਕਿਸੇ ਨੂੰ ਗੱਲ ਨਹੀਂ ਕਰਨੀ ਚਾਹੀਦੀ। ਜੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਕੇ ਫਿਰ ਤੁਸੀਂ 2-2.5 ਲੱਖ ਨੌਜਵਾਨ ਪੁਲਿਸ ਕੋਲ ਚੁਕਾਉਣਾ ਜਾਂ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣੇ ਨੇ, ਫਿਰ 35 ਸਾਲ ਪਿੱਛੇ ਲੈ ਕੇ ਜਾਣ ਦੀ ਜਿਹੜੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਲੋਕ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰ ਰਹੇ ਨੇ, ਕਿਉਂਕਿ ਉਹ ਚੀਜ਼ ਹੋਣੀ ਓ ਨਹੀਂ। ਜੇ ਅਨੰਦਪੁਰ ਸਾਹਿਬ ਦੇ ਦੇਖੋ, ਕੈਪਟਨ ਸਾਹਿਬ ਨੇ 3 ਕਾਨੂੰਨਾਂ ਦਾ ਬਿੱਲ ਆ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਲੈ ਕੇ ਆਏ ਨੇ, ਉਹ ਅਜੇ ਲਟਕ ਰਿਹਾ ਵਿਚਕਾਰ, ਰਾਜਪਾਲ ਨੇ ਸਾਈਨ ਨਹੀਂ ਕੀਤੇ, ਉਹ ਰਾਸ਼ਟਰਪਤੀ ਨੇ ਸਾਈਨ ਨਹੀਂ ਕਰਨੇ, ਕੁਝ ਨਹੀਂ ਹੋਣਾ, ਇਹ ਡਰਾਮਾ ਸੀਗਾ। ਸੋ ਜੇ ਕੈਪਟਨ ਸਾਹਿਬ ਨੂੰ ਡਰ ਦਾ ਪੰਜਾਬ ਦੇ ਲਈ, ਤਾਂ ਕੈਪਟਨ ਸਾਹਿਬ ਵੀ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਉਹਨੂੰ ਪਾਸ ਕਰ ਦੇਣ ਵਿਧਾਨ ਸਭਾ ਦੇ ਵਿੱਚ, ਖੁਦ ਮੁਖਤਿਆਰੀ ਨੂੰ ਪਾਸ ਕਰ ਦੇਣ। ਅਸੀਂ ਕਹਿ ਦੇਣ ਵੀ ਅਸੀਂ ਪੰਜਾਬ ਦੀ ਜਿਹੜੀ ਸਟੇਟ ਆ, ਅਸੀਂ ਖੁਦ ਮੁਖਤਿਆਰ ਹੋ ਗਏ, ਉੱਥੇ ਖਾਲਿਸਤਾਨ ਦਾ ਹੀ ਮਤਾ ਪਾਸ ਕਰ ਦੇਣ ਵਿਧਾਨ ਸਭਾ ਦੇ ਵਿੱਚ। ਉਹ ਤੋਂ ਬਾਅਦ ਸਰਕਾਰ ਟੁੱਟੂਗੀ, ਕੋਈ ਗੱਲ ਨਹੀਂ, ਇੱਕ ਚੀਜ਼ ਤਾਂ ਹੋ ਜੂਗੀ ਦੁਨੀਆ ਦੇ ਵਿੱਚ, ਗੱਲ ਤਾਂ ਉੱਭਰ ਕੇ ਜਾਊਗੀ ਕਿ ਹਾਂ ਜੀ ਪੰਜਾਬ ਦੀ ਜਿਹੜੀ ਸਟੇਟ ਆ ਉਹਦੇ MLAs ਨੇ 117, ਉਹਨਾਂ ਨੇ ਰਲ ਕੇ ਖਾਲਿਸਤਾਨ ਦਾ ਜਿਹੜਾ ਮਤਾ ਜਿਹੜਾ ਵਿਧਾਨ ਸਭਾ ਦੇ ਵਿੱਚ ਪਾਤਾ। ਘੱਟ ਤੋਂ ਘੱਟ ਜਿਹੜੀ ਸਾਡੀ ਇਹ ਜਲਾਲਤ ਭਰੀ ਜ਼ਿੰਦਗੀ ਜਿਹੜੀ ਅਸੀਂ ਜੀ ਰਹੇ ਹਾਂ, ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਇਸ਼ਟ ਆ ਉਹ ਗਲੀਆਂ ਦੇ ਵਿੱਚ ਰੋਲ ਰਿਹਾ, ਸੜਕਾਂ ਤੇ ਰੋਲ ਰਿਹਾ। ਸਾਨੂੰ ਕਿਹੜੇ ਪਾਸਿਓਂ ਅਸੀਂ ਕਿੱਥੇ ਜਾਈਏ? ਸਾਡਾ ਪਾਣੀ ਖੋਇਆ ਗਿਆ, ਸਾਡੇ ਪੁੱਤ ਮਾਰਤੇ, ਕੁਝ ਸਾਡੇ ਪੁੱਤ ਬਾਹਰ ਚਲੇ ਗਏ, ਕੁਝ ਅਸੀਂ ਇੱਥੇ ਰੋਲ ਰਹੇ ਹਾਂ। ਸਾਡੇ ਪਿਓਆਂ ਦੀਆਂ ਦਾੜੀਆਂ ਪੁੱਟੀਆਂ ਜਾ ਰਹੀਆਂ ਨੇ, ਪੱਗਾਂ ਰੋਲ ਰਹੀਆਂ ਨੇ। ਇਦੋਂ ਵੱਧ ਸਾਡੀ ਜਲਾਲਤ ਨਹੀਂ ਹੋ ਸਕਦੀ। ਸਿੱਖ ਕੌਮ ਨੂੰ ਜਾਗ ਜੇ ਹੁਣ ਵੀ ਨਾ ਆਈ ਨਾ, ਫਿਰ ਇਹ ਕੌਮ ਨੂੰ ਕਦੇ ਨਹੀਂ ਆਉਣੀ। ਨਾਲ ਇੱਕ ਗੱਲ ਮੈਂ ਐਂਡ ਦੇ ਵਿੱਚ ਹੋਰ ਕਹਿਣਾ ਚਾਹੁੰਦਾ, ਇਹ ਸੰਘਰਸ਼ ਰੋਜ਼ ਨਹੀਂ ਵਿੱਢੇ ਜਾਂਦੇ ਹੁੰਦੇ। ਜਿਹੜਾ ਹੁਣ ਸੰਘਰਸ਼ ਲੱਗਿਆ ਹੋਇਆ ਨਾ, ਆਪਾਂ ਸ਼ਾਂਤਮਈ ਤਰੀਕੇ ਨਾਲ ਜੇ ਆਪਾਂ ਕਹੀਏ ਜੀ ਅੱਜ ਆਪਾਂ ਆਹ ਗੱਲ ਕਰ ਲੈਂਦੇ ਹਾਂ, ਕੱਲ੍ਹ ਨੂੰ ਅੱਜ ਥੋੜ੍ਹੀਆਂ ਰਾਇਤਾਂ ਲੈ ਕੇ ਕੱਲ੍ਹ ਨੂੰ ਹੋਰ ਸੰਘਰਸ਼ ਕਰਨਾ। ਸੋ ਕਿਸਾਨ ਜਥੇਬੰਦੀਆਂ ਨੂੰ ਵੀ ਇਕੱਠੇ ਹੋ ਕੇ ਦਿੱਲੀ ਦਾ ਬਾਈਕਾਟ ਕਰ ਦੇਣਾ ਚਾਹੀਦਾ। ਸ਼ੰਭੂ ਬਾਰਡਰ ਤੇ ਚੱਲੋ, ਉੱਥੇ ਸਾਰੇ ਇਕੱਠੇ ਹੋ ਕੇ, ਜਿੱਥੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜੀ ਤੁਹਾਨੂੰ ਰੋਜ਼ ਅਪੀਲ ਕਰਦੇ ਨੇ ਵੀ ਆਓ ਸ਼ੰਭੂ ਬਾਰਡਰ, ਉੱਥੇ ਲੱਖਾਂ ਦੀ ਗਿਣਤੀ 'ਚ ਪਹੁੰਚ ਜਾਓ ਤੇ ਦਿੱਲੀ ਵਾਲਾ ਜਿਹੜਾ ਰੋਡ ਆ ਉਹਨੂੰ ਬੰਦ ਕਰ ਦਿਓ ਤੇ ਐਲਾਨ ਕਰ ਦਿਓ ਕਿ ਅਸੀਂ ਦਿੱਲੀ ਦਾ ਬਾਈਕਾਟ ਕਰਤਾ ਤੇ ਮੋਦੀ ਨੇ ਹੱਥ ਨੂੰ ਕਾਨੂੰਨ ਨੇ ਜਿਹੜੇ ਕੈਂਸਲ ਕਰ ਦੇਣੇ ਨੇ। ਪਰ ਅਸੀਂ ਇੱਕ ਜ਼ਰੀਆ ਤਾਂ ਬਣਾਈਏ, ਇੱਕ ਰਾਹ ਤਾਂ ਬਣਾਈਏ, ਉਹ ਰਾਹ ਨੂੰ ਤੁਰਨ ਲਈ ਤਿਆਰ ਹੀ ਨਹੀਂ। ਸਾਰੇ ਆਪੋ ਆਪਣੀ ਡਬਲੀ ਵਜਾ ਰਹੇ ਨੇ। ਸੋ ਇਸ ਚੀਜ਼ ਨੂੰ ਦੇਖਦੇ ਹੋਏ ਸਾਨੂੰ ਲਾਮਬੰਦ ਹੋ ਕੇ ਸ਼ੰਭੂ ਬਾਰਡਰ ਤੇ ਸਾਰੀਆਂ ਜਥੇਬੰਦੀਆਂ ਨੂੰ, ਸਾਰੇ ਪੰਜਾਬ ਨੂੰ ਇਕੱਠੇ ਹੋ ਕੇ ਦਿੱਲੀ ਦਾ ਜਿਹੜਾ ਰੋਡ ਆ ਬੰਦ ਕਰਕੇ ਬਾਈਕਾਟ ਕਰਨਾ ਚਾਹੀਦਾ। ਇਦੋਂ ਬਿਨਾਂ ਸਾਡਾ ਹੱਲ ਨਹੀਂ ਹੋਣਾ। ਸਿੱਖੋ ਸਾਹਿਬ, ਆਪਾਂ ਗੱਲ ਕਰਦੇ ਹਾਂ ਕਿਸਾਨੀ ਨੂੰ ਬਚਾਉਣ ਦੀ। ਜਿਸ ਤਰ੍ਹਾਂ ਪਿਛਲੇ ਦਿਨੀ ਦਿੱਲੀ ਦੇ ਵਿੱਚ 250 ਦੇ ਕਰੀਬ 21 ਸੂਬਿਆਂ ਤੋਂ 250 ਦੇ ਕਰੀਬ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ, ਜਿਹਦੇ ਵਿੱਚ 5 ਨਵੰਬਰ ਨੂੰ ਪੂਰੇ ਭਾਰਤ ਦੇ 4 ਘੰਟੇ ਲਈ ਚੱਕਾ ਜਾਮ ਕਰਨ ਅਤੇ 26 ਤੇ 27 ਨਵੰਬਰ ਨੂੰ ਪੂਰੇ ਦੇਸ਼ ਵਿੱਚੋਂ ਵੱਡੇ ਪੱਧਰ ਤੇ ਲੱਖਾਂ ਦੇ ਹਿਸਾਬ ਨਾਲ ਦਿੱਲੀ ਘੇਰਨ ਦੀ ਜਿਹੜੀ ਤਿਆਰੀ ਆ, ਉਸ ਨੂੰ ਲੈ ਕੇ ਤੁਹਾਡਾ ਪਾਰਟੀ ਦਾ ਕੀ ਸਟੈਂਡ ਆ ਜੀ? ਜਿਹੜੀ ਦਿੱਲੀ ਘੇਰਨ ਵਾਲੀ ਗੱਲ ਆ ਨਾ, ਜਿਹੜੀ ਕਿਸਾਨ ਯੂਨੀਅਨ ਅੰਮ੍ਰਿਤਸਰ ਆ, ਜਿਹਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜੀ ਨੇ, ਉਹ ਪ੍ਰੋਪਰ ਤੌਰ ਤੇ ਜਿਹੜੀਆਂ ਜਥੇਬੰਦੀਆਂ ਦਾ ਸਾਥ ਦੇਣਗੇ। ਪ੍ਰੋਪਰ ਤੌਰ ਤੇ ਜਿੰਨੀ ਵੀ ਸਾਡੀ ਟੀਮ ਆ, ਜਿੰਨੇ ਵੀ ਸਾਡੇ ਵਰਕਰ ਨੇ, ਅਸੀਂ ਉਸ ਚੀਜ਼ ਦੇ ਵਿੱਚ ਸ਼ਮੂਲੀਅਤ ਕਰਾਂਗੇ। ਕਿਉਂਕਿ ਜਿੱਥੇ ਕਿਸਾਨਾਂ ਦੀ ਗੱਲ ਆਊਗੀ, ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਆਊਗੀ ਜਾਂ
ਭਾਰਤ ਦੇ ਕਿਸਾਨਾਂ ਦੀ ਗੱਲ ਆਊਗੀ ਅਸੀਂ ਉੱਥੇ ਡਟ ਕੇ ਖੜੇ ਹਾਂ ਤੇ ਅਸੀਂ ਉਹਨਾਂ ਦਾ ਸਮਰਥਨ ਕਰਦੇ ਹਾਂ। ਕੋਈ ਵੀ ਸੰਘਰਸ਼ ਕਿਸਾਨ ਜਥੇਬੰਦੀਆਂ ਵਿੱਢਦੀਆਂ ਨੇ ਜਿਹੜੀਆਂ ਕਿਸਾਨਾਂ ਦੇ ਹਿੱਤਾਂ ਲਈਆਂ ਨੇ, ਗੱਲ ਇਹ ਹੋਵੇ ਕਿ ਅਜਮੇਰ ਸਿੰਘ ਲੱਖੋਵਾਲ ਤੇ ਬਲਵੀਰ ਸਿੰਘ ਰਾਜੇਵਾਲ ਵਾਂਗੂ ਸੌਦਾ ਨਾ ਹੋ ਜਾਵੇ ਸਾਡੇ ਕਿਸਾਨਾਂ ਦਾ, ਕਿਉਂਕਿ ਇਹ ਦੋ ਜਿਹੜੇ ਗਰਦਾਰ ਨੇ ਇਹਨਾਂ ਨੇ ਸਾਡੀ ਕੌਮ ਤੇ ਕਿਸਾਨਾਂ ਨੂੰ ਵੇਚਿਆ। ਸੋ ਅਸੀਂ ਇਹਨਾਂ ਸੌਦੇਬਾਜ਼ਾਂ ਤੋਂ ਵੀ ਅਵੇਅਰ ਰਹਿਣਾ ਤੇ ਅਸੀਂ ਇਹਨਾਂ ਦੇ ਤੇ ਆਵਾਜ਼ ਵਾਲੀ ਅੱਖ ਵੀ ਰੱਖਣੀ ਆ। ਅਸੀਂ ਬਿਲਕੁਲ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ। ਅਸੀਂ ਵੱਧ ਚੜ ਕੇ ਜਿਹੜਾ ਹਿੱਸਾ ਉੱਥੇ ਜਿਹੜਾ ਕਿਸਾਨ ਯੂਨੀਅਨ ਸਾਡੀ ਜਿਹੜੀ ਅੰਮ੍ਰਿਤਸਰ ਆ ਉੱਥੇ ਜਾਵੇਗੀ ਜੀ। ਕਿਉਂਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਅਸੀਂ ਹੁਣ ਤੋਂ ਹੀ 26 ਤੇ 27 ਨਵੰਬਰ ਨੂੰ ਲੈ ਕੇ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਪ੍ਰਚਾਰ ਕਰ ਰਹੇ ਹਾਂ। ਕੀ ਤੁਹਾਡੀ ਪਾਰਟੀ ਵੀ ਇਸ ਤਰ੍ਹਾਂ ਹੀ ਕਿਸਾਨਾਂ ਦੇ ਨਾਲ ਰਲ ਕੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰੂਗੀ ਜੀ? ਬਿਲਕੁਲ ਜੀ, ਸਾਡੀ ਜਿਹੜੀ ਕਿਸਾਨ ਜਥੇਬੰਦੀ ਆ ਉਹ ਲੱਗੀ ਹੋਈ ਆ। ਸਾਡੇ ਜਿਹੜੇ ਸਾਰੇ ਅਸੀਂ ਪ੍ਰਚਾਰ ਕਰ ਰਹੇ ਹਾਂ, ਅਸੀਂ ਲੋਕਾਂ ਨੂੰ ਬਿੱਲਾਂ ਬਾਰੇ ਵੀ ਦੱਸ ਰਹੇ ਹਾਂ, ਅਸੀਂ ਪੰਜਾਬ ਨਾਲ ਹੋਏ ਜਿਹੜੇ ਧੱਕੇ ਨੇ ਉਹਨਾਂ ਨੂੰ ਵੀ ਦੱਸ ਰਹੇ ਹਾਂ ਤੇ ਜਿਹੜਾ ਪ੍ਰੋਗਰਾਮ ਇਸ ਬਾਰੇ ਵੀ ਦੱਸ ਰਹੇ ਹਾਂ। ਅਸੀਂ ਵੱਡੇ ਪੱਧਰ ਤੇ ਉੱਥੇ ਜ਼ਰੂਰ ਪਹੁੰਚਾਂਗੇ ਜੀ। ਤੇ ਸਾਡਾ ਤਾਂ ਮੁੱਦਾ ਹੀ ਕਿਸਾਨੀ ਦਾ। ਜੇ ਸਾਡੀ ਪੰਜਾਬ ਦੀ ਜਿਹੜੀ ਕਿਸਾਨੀ ਆ ਜੇ ਹੀ ਮਰ ਗਈ ਤਾਂ ਫਿਰ ਸਾਡੇ ਪੱਲੇ ਕੀ ਰਹਿ ਗਿਆ? ਸਾਡਾ ਸਾਰਾ ਕੁਝ ਤਾਂ ਲੁੱਟ ਕੇ ਬਾਦਲ ਖਾ ਗਿਆ, ਪੁੱਤ ਸਾਡੇ ਮਰਵਾਤੇ ਤੇ ਪਾਣੀ ਸਾਡਾ ਚਲੇ ਗਿਆ, ਭਾਸ਼ਾ ਸਾਡੀ ਚਲੀ ਗਈ, ਰਾਜਧਾਨੀ ਸਾਡੇ ਚਲੇ ਗਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਡੇ ਦੀ ਇਸਟ ਦੀ ਬੇਅਦਬੀ ਹੋ ਗਈ। ਹੁਣ ਸਾਡੇ ਪੱਲੇ ਇੱਕ ਖੇਤੀ ਆ, ਜੇ ਸਾਡੇ ਕੋਲ ਇਹ ਵੀ ਨਾ ਰਹੀ ਤੇ ਫਿਰ ਅਸੀਂ ਤਾਂ ਭਿਖਾਰੀ ਬਣ ਜਾਣਾ ਪੰਜਾਬ ਦੇ ਵਿੱਚ। ਸਾਨੂੰ ਇਹ ਜਿਹੜੀ ਲੜਾਈ ਆ ਆਰ ਪਾਰ ਦੀ ਕਰਨੀ ਪੈਣੀ ਆ। ਸਾਨੂੰ ਜੇ ਮੋਦੀ ਗੋਲੀਆਂ ਨਾਲ ਸਾਡੀਆਂ ਲਾਸ਼ਾਂ ਵੀ ਲੈ ਕੇ ਆਉਣੀਆਂ ਪੈਂਦੀਆਂ ਨੇ ਪੰਜਾਬ ਦੇ ਲੋਕਾਂ ਨੂੰ ਤੇ ਅਸੀਂ ਕਹਿੰਦੇ ਸਾਡੀਆਂ ਲਾਸ਼ਾਂ ਚੱਕ ਲਿਆਇਓ, ਪਰ ਪੰਜਾਬ ਦੇ ਹਿੱਤਾਂ ਦੇ ਤੇ ਜਿਹੜੇ ਕਾਲੇ ਕਾਨੂੰਨ ਨੇ ਇਹਨਾਂ ਤੋਂ ਰੱਦ ਕਰੇ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋਣਾ। ਜੇ ਅੱਜ ਆਪਾਂ ਚੁੱਪ ਕਰਕੇ ਬੈਠ ਗਏ, ਜਿਵੇਂ ਸਾਡੇ ਤੇ ਪਹਿਲਾਂ ਇਹਨਾਂ ਨੇ ਗੈਰ ਸੰਵਿਧਾਨਿਕ 3 ਸਾਡੇ ਪਾਣੀ ਖੋਏ ਨੇ ਨਾ, ਜਦੋਂ ਪੰਜਾਬ ਦੇ ਅਸੀਂ ਪੁਨਰਗਠਨ ਹੋਇਆ 1966 ਦੇ ਵਿੱਚ, ਉਦੋਂ ਸਾਡੇ ਜਿਹੜੇ ਗਦਾਰ ਲੀਡਰ ਸੀਗੇ ਬਾਦਲ ਹੋਣੀ ਜਾਂ ਕੈਪਟਨ ਹੋਣੀ, ਇਹਨਾਂ ਨੇ ਸਾਡੇ ਹਿੱਤ ਵੇਚਤੇ। ਜੇ ਹੁਣ ਵੀ ਆ ਕਿਸਾਨਾਂ ਦੇ ਵਿੱਚ ਅਸੀਂ ਇਹਨਾਂ ਥੋੜ੍ਹੀਆਂ ਰਾਇਤਾਂ ਲੈ ਕੇ ਚੁੱਪ ਕਰ ਗਏ ਤਾਂ ਆਉਣ ਵਾਲਾ ਸਮਾਂ ਪੰਜਾਬ ਦੀ ਕਿਸਾਨੀ ਦੇ ਲਈ ਤੇ ਪੰਜਾਬ ਦੇ ਲਈ ਬਹੁਤ ਖਤਰਨਾਕ ਆ। ਹੁਣ ਤਾਂ ਜੰਗ ਆਰ ਪਾਰ ਦੀ ਹੋਣੀ ਆ, ਜਾਂ ਇੱਧਰ ਜਾਂ ਉੱਧਰ, ਇਦੋਂ ਘੱਟ ਹੁਣ ਕੰਮ ਨਹੀਂ ਹੋਣਾ ਹੈਗਾ ਪੂਰੇ ਪੰਜਾਬ ਦੇ ਵਿੱਚ ਜੀ। ਇੱਕ ਗੱਲ ਹੋਰ ਜੀ, ਜਿਹੜਾ ਕੁਛ ਤਾਂ 1-2 ਦਿਨ ਪਹਿਲਾਂ ਦੇਸ਼ ਦੇ ਵਿੱਚ ਦੁਸਹਿਰਾ ਮਨਾਇਆ ਗਿਆ ਜੀ, ਔਰ ਆਉਂਦੇ ਦਿਨਾਂ ਦੇ ਵਿੱਚ ਦੀਵਾਲੀ ਆ ਜੀ। ਕਿਸਾਨਾਂ ਨੇ ਬਹੁਤ ਵੱਡੀ ਪੱਧਰ ਤੇ ਮੋਦੀ ਦਾ ਤੇ ਕਾਰਪੋਰੇਟ ਘਰਾਣਿਆਂ ਦਾ ਜਿਸ ਤਰ੍ਹਾਂ ਪੁਤਲੇ ਫੂਕੇ ਨੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਦੀਵਾਲੀ ਆ ਉਸ ਬਾਰੇ, ਇਹ ਦੁਸਹਿਰੇ ਮਨਾਏ ਗਏ ਦੁਸਹਿਰੇ ਬਾਰੇ ਔਰ ਦੀਵਾਲੀ ਮਨਾਉਣ ਬਾਰੇ ਤੁਹਾਡਾ ਕੀ ਕਹਿਣਾ ਜੀ? ਲੋਕਾਂ ਨੇ ਦੁਸਹਿਰਾ ਮਨਾਇਆ ਨਹੀਂ ਗਾ ਜੀ, ਇਹ ਤਾਂ ਲਾਹਨਤੀ ਪ੍ਰਧਾਨ ਮੰਤਰੀ। ਤੁਸੀਂ ਇੱਕ ਦੇਖੋ, ਇਤਿਹਾਸ ਕੱਢ ਲਓ 1947 ਤੋਂ ਲੈ ਕੇ ਹੁਣ ਤੱਕ ਦਾ, ਇਹੋ ਜਿਹੀ ਕਿਸੇ ਦੀ ਦੁਰਦਸ਼ਾ ਹੋਈ ਹੋਊਗੀ ਪ੍ਰਾਈਮ ਮਿਨਿਸਟਰ ਦੀ? ਉਹ ਮੋਦੀ ਨੂੰ ਸ਼ਰਮ ਆਉਣੀ ਚਾਹੀਦੀ ਆ। ਮੋਦੀ ਦੇਖ ਤੈਨੂੰ ਰਾਵਣ ਤਾਂ ਇੱਕ ਬਹੁਤ ਚੰਗਾ ਬੰਦਾ ਸੀਗਾ, ਲੋਕਾਂ ਨੇ ਇਹ ਵੀ ਕਿਹਾ ਵੀ ਅਸੀਂ ਰਾਵਣ ਦੇ ਉਹਦੇ ਤੇ ਇਹਦਾ ਪੁਤਲਾ ਨਹੀਂ ਫੂਕ ਰਹੇ। ਇਹ ਸਭ ਤੋਂ ਲਾਹਨਤੀ, ਘਟੀਆ ਤੇ ਦੇਸ਼ ਨੂੰ ਤੋੜਨ ਵਾਲਾ ਤੇ ਦੇਸ਼ ਦੇ ਹਿੱਤਾਂ ਨੂੰ ਵੇਚਣ ਵਾਲਾ ਸਭ ਤੋਂ ਗੰਦਾ ਤੇ ਲਾਹਨਤੀ ਪ੍ਰਾਈਮ ਮਿਨਿਸਟਰ ਆ, ਜਿਹਦੇ ਪੁਤਲੇ ਫੂਕੇ ਗਏ ਨੇ। ਸ਼ਰਮ ਆਉਣੀ ਚਾਹੀਦੀ ਆ ਉਹਨੂੰ, ਤਾਂ ਨੱਕ ਡੋਬ ਕੇ ਮਰ ਜਾਣਾ ਚਾਹੀਦਾ, ਉਹ ਤਾਂ ਬਾਹਰ ਨਹੀਂ ਨਿਕਲਣਾ ਚਾਹੀਦਾ। ਉਹ ਗੱਲਾਂ ਕਰਦਾ ਅਮਰੀਕਾ ਨਾਲ ਬੈਠਾ, ਰਸ਼ੀਆ ਨਾਲ ਕਰਦਾ, ਹੋਰ ਦੇਸ਼ਾਂ ਨਾਲ ਕਰਦਾ, ਉਹ ਆਪਣੇ ਦੇਸ਼ ਦਾ ਝਾਕ ਕੇ ਦੇਖ ਲਾ। ਤੇਰਾ ਤਾਂ ਸ਼ਮਸ਼ਾਨ ਘਾਟ ਦਾ, ਇੱਕ ਤਾਂ ਤੁਸੀਂ ਦੇਖੀ ਹੋਣੀ ਆ, ਨਿਊਜ਼ ਆਈ ਹੋਣੀ, ਇੱਕ ਤਾਂ ਸ਼ਮਸ਼ਾਨ ਘਾਟ ਦਾ ਉਦਘਾਟਨ ਕਰਨਾ ਸੀਗਾ, ਉੱਥੇ ਉਹਨਾਂ ਨੇ ਮੋਦੀ ਦਾ ਪੁਤਲਾ ਫੂਕਿਆ। ਇੱਥੋਂ ਵੱਧ ਇਹ ਪ੍ਰਾਈਮ ਮਿਨਿਸਟਰ ਨੂੰ ਹੋਰ ਕਿੰਨੀਆਂ ਕੁ ਲਾਹਨਤਾਂ ਪੈਣਗੀਆਂ। ਸੋ ਜਿਹੜੀ ਗੱਲ ਤੁਸੀਂ ਦੀਵਾਲੀ ਦੀ ਕੀਤੀ ਆ, ਮੈਂ ਪੰਜਾਬ ਦੀਆਂ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ, ਪੰਜਾਬ ਦੇ ਯੂਥ ਨੂੰ ਬੇਨਤੀ ਕਰਦਾ, ਯਾਰ ਦੀਵਾਲੀ ਮਨਾਓ ਹੀ ਨਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ, ਸਾਡੇ ਪਿਓ ਦਾਦੇ ਅਸੀਂ ਸੜਕਾਂ ਤੇ ਬੈਠੇ ਹਾਂ, ਸਾਡੀਆਂ ਮਾਵਾਂ ਰੇਲਵੇ ਲਾਈਨਾਂ ਤੇ ਬੈਠੀਆਂ ਰੋਟੀਆਂ ਪਕਾ ਰਹੀਆਂ ਨੇ, ਤੇ ਅਸੀਂ ਕਿਹੜੀ ਖੁਸ਼ੀ ਦੇ ਵਿੱਚ ਦੀਵਾਲੀ ਮਨਾਈਏ? ਦੀਵਾਲੀ ਬਿਲਕੁਲ ਬਾਈਕਾਟ ਕਰ ਦਿਓ, ਕਾਲੀ ਦੀਵਾਲੀ ਮਨਾਓ, ਘਰਾਂ ਦੇ ਉੱਪਰ ਕਾਲੇ ਝੰਡੇ ਲਾ ਦਿਓ ਤੇ ਦਿੱਲੀ ਨੂੰ ਇਹ ਸੰਕੇਤ ਦੇ ਦਿਓ ਤੇਰਾ ਬਾਈਕਾਟ ਆ, ਕਾਲੇ ਝੰਡੇ ਲਾ ਕੇ, ਤੇ ਲਾਈਟਾਂ ਰਾਤ ਨੂੰ ਬੰਦ ਕਰ ਦਿਓ। ਕੋਈ ਘਰਾਂ ਦੇ ਵਿੱਚ ਮਠਿਆਈ ਨਾ ਲੈ ਕੇ ਆਵੇ, ਕੋਈ ਦੀਪਮਾਲਾ ਨਾ ਕਰੇ। ਇਹ ਮੇਰੀ ਬੇਨਤੀ ਆ। ਮੈਂ ਤੁਹਾਡੇ ਚੈਨਲ ਦੇ ਥਰੂ ਦੱਸਣਾ ਚਾਹੁੰਦਾ, ਬਿਲਕੁਲ ਕਾਲੀ ਦੀਵਾਲੀ ਮਨਾਈ ਜਾਵੇ ਤੇ ਦੱਸਿਆ ਜਾਵੇ ਪੂਰੀ ਦੁਨੀਆ ਨੂੰ ਕਿ ਜਿਹੜਾ ਸਾਡਾ ਪ੍ਰਧਾਨ ਮੰਤਰੀ ਆ ਜ਼ਾਲਮ, ਜਿਹੜਾ ਕਸ਼ਮੀਰੀਆਂ ਤੇ ਘੱਟ ਗਿਣਤੀਆਂ ਨੂੰ ਇੱਥੇ ਦਬਾਉਣਾ ਚਾਹੁੰਦਾ, ਅਸੀਂ ਉਹਦਾ ਬਾਈਕਾਟ ਕਰਕੇ ਅੱਜ ਕਾਲੀ ਦੀਵਾਲੀ ਮਨਾ ਰਹੇ ਹਾਂ। ਲਾਈਟਾਂ ਵੀ ਬੰਦ ਕਰ ਦਿਓ ਘਰ ਦੀਆਂ, ਕੁਝ ਘੰਟਿਆਂ ਲਈ ਨਾ, ਰਾਤ ਨੂੰ ਲਾਈਟਾਂ ਵੀ ਬੰਦ ਕਰ ਦਿਓ। ਇਹੀ ਮੇਰੀ ਬੇਨਤੀ ਆ ਪੰਜਾਬ ਦੇ ਲੋਕਾਂ ਨੂੰ ਜੀ ਦੀਵਾਲੀ ਪ੍ਰਤੀ। ਤਾਂ ਕਿਉਂਕਿ ਇੱਕ ਹੋਰ ਗੱਲ ਕਰਨੀ ਬਹੁਤ ਜ਼ਰੂਰੀ ਆ ਕਿ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰੀਬ 328 ਸਰੂਪ ਅਲੱਗ, ਉਸ ਤੋਂ ਬਾਅਦ ਅਲੱਗ ਕਰਕੇ ਲਗਭਗ 400 ਤੋਂ ਉੱਪਰ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਆ ਜਿਹੜੇ, ਉਹ ਇਹਨਾਂ ਸ਼੍ਰੋਮਣੀ ਕਮੇਟੀ ਦੇ ਅਦਾਰੇ ਵੱਲੋਂ ਜਿਹੜੇ ਗੁੰਮ ਕੀਤੇ ਗਏ ਨੇ, ਉਹਨਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸ਼੍ਰੀ ਅੰਮ੍ਰਿਤਸਰ ਵਿਖੇ ਇੱਕ ਮੋਰਚਾ ਲੱਗਿਆ ਹੋਇਆ ਸੀ। ਉਹ ਬਾਦਲਾਂ ਦੇ ਕਹਿਣ ਤੇ
ਜਿਸ ਤਰ੍ਹਾਂ ਲੌਂਗੋਵਾਲ ਨੇ ਉਸ ਮੋਰਚੇ ਤੇ ਡਿਕਟੇਟਰਸ਼ਿਪ ਕਰਕੇ ਉੱਥੇ ਧੀਆਂ ਭੈਣਾਂ ਨੂੰ ਕੁੱਟਿਆ ਗਿਆ ਔਰ ਸਾਡੇ ਸਿੰਘਾਂ ਦੇ ਉਹਨਾਂ ਦੀਆਂ ਦਸਤਾਰਾਂ ਉਤਾਰੀਆਂ ਗਈਆਂ, ਉਸ ਬਾਰੇ ਤੁਹਾਡਾ ਕੀ ਕਹਿਣਾ ਜੀ? ਇੱਕ ਜੀ ਕਹਾਵਤ ਆ, ਇੱਕ ਗਧਾ ਹੁੰਦਾ ਜਿਹਨੂੰ ਖੋਤਾ ਵੀ ਕਹਿ ਦਿੰਦੇ ਆ ਆਪਾਂ, ਉਹਨੂੰ ਨਾ ਕਿਸੇ ਵੱਟ ਤੋਰ ਲਈਏ ਨਾ, ਉਹ ਜੇ ਵੱਟ ਤੋਂ ਤਿਲਕ ਜਾਵੇ, ਦੂਸਰੀ ਵਾਰ ਤੁਸੀਂ ਉਹ ਵੱਟ ਤੇ ਜੇ ਉਹਨੂੰ ਚਾੜਨ ਦੀ ਕੋਸ਼ਿਸ਼ ਕਰਨਗੇ ਉਹ ਚੜੂਗਾ ਨਹੀਂ। ਫਿਰ ਸਾਡੇ ਪੰਜਾਬ ਦੇ ਲੋਕਾਂ ਨੂੰ ਕੀ ਹੋਇਆ ਜਿਹੜੇ ਦਲਾਲ ਨੇ RSS ਦੇ ਬਾਦਲ ਪਰਿਵਾਰ, ਮੀਸਣਾ ਪਰਿਵਾਰ, ਜਿਨੇ ਸਾਡੀ ਪੰਜਾਬ ਦੀ ਘਾਣ ਕੀਤਾ, ਕੌਮ ਦਾ ਘਾਣ ਕੀਤਾ, ਸਾਡਾ RSS ਦੇ ਅੰਡਰ ਸਾਡਾ ਅਕਾਲ ਤਖਤ ਸਾਹਿਬ ਦੇਤਾ, RSS ਦੇ ਅੰਡਰ ਸਾਡੀ SGPC ਦੇਤੀ ਆ। ਅਸੀਂ ਆ ਜਦ ਹੁਣ ਰੈਲੀ ਕੱਢੀ ਆ ਹਰਸਿਮਰਤ ਕੌਰ ਬਾਦਲ ਨੇ, ਕਿਹੜੇ ਸੀਗੇ ਜਿਹੜੇ ਜਿਹਨਾਂ ਨੂੰ ਦਰਦ ਨਹੀਂ ਸੀ ਜੇ ਟਰੈਕਟਰ ਲੈ ਕੇ ਬਾਦਲ ਦੇ ਪਿੱਛੇ ਤੁਰੇ ਜਾਂਦੇ ਸੀਗੇ ਵੀ ਅਸੀਂ ਇਹਦਾ ਬਾਈਕਾਟ ਕਰੋ? ਬੰਦੇ ਦਾ ਬਿਲਕੁਲ ਬਾਈਕਾਟ ਕਰਨਾ ਚਾਹੀਦਾ। ਜੇ 300 ਜਿਹੜੇ 28 ਸਰੂਪ ਨੇ ਕਿੱਥੇ ਗਏ? ਉਹ ਜਾਂ ਤਾਂ ਨਾਗਪੁਰ ਗਏ ਯਾਰਾਂ ਕੋਲ, ਬਾਦਲ ਦਿਆਂ ਕੋਲ ਜਿਹੜੇ ਯਾਰ ਬੈਠੇ ਨੇ ਉੱਥੇ, ਮੋਹਨ ਭਗਵਤ ਆ ਜਾਂ ਮੋਦੀ ਯਾਰ ਆ, ਕਿਉਂਕਿ ਇਹਨਾਂ ਦਾ ਬਹੁਤ ਵੱਡੀ ਪਲੈਨਿੰਗ ਹੋ ਰਹੀ ਆ ਪੰਜਾਬ ਦੇ ਵਿੱਚ। ਜਿਵੇਂ ਸਾਨੂੰ ਇਹਨਾਂ ਨੇ 10ਮ ਗ੍ਰੰਥ ਦੇ ਵਿੱਚ ਉਲਝਾ ਕੇ ਰੱਖਿਆ ਹੋਇਆ ਜਾਂ ਹੋਰ ਸਾਡੇ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਿੱਚ ਉਲਝਾ ਕੇ ਰੱਖਿਆ ਹੋਇਆ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਛੇੜਖਾਨੀ ਕਰਕੇ, ਉਹਦੇ ਵਿੱਚ ਬਦਲਾਅ ਕਰਕੇ ਤੇ ਆਉਣ ਵਾਲੇ 20 ਸਾਲਾਂ ਨੂੰ ਜਾਂ 50 ਸਾਲਾਂ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਲੈ ਕੇ ਆਉਣਗੇ। ਉੱਥੇ ਫਿਰ ਕਹਿਣਗੇ ਜੀ ਇਹ ਤਾਂ ਇੱਥੇ ਆਹ ਲਿਖਿਆ ਹੋਇਆ, ਪਹਿਲੇ ਗੁਰੂ ਗ੍ਰੰਥ ਸਾਹਿਬ ਤਾਂ ਆਹ ਲਿਖਿਆ। ਸੋ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਆ ਉਹਨੂੰ ਬਿਲਕੁਲ ਖਤਮ ਕਰਨ ਦੇ ਲਈ, ਉਹਨੂੰ ਉਲਟਾ ਸਿੱਧਾ ਕਰਨ ਦੇ ਲਈ ਬਾਦਲ ਪੱਬਾਂ ਭਾਰ ਹੋਇਆ। ਬਾਦਲ ਇੱਕ ਦਲਾਲ ਆ, ਦੱਲੇ ਨੇ ਪੰਜਾਬ ਦੇ ਵਿੱਚ ਛੱਡੇ ਹੋਏ RSS ਦੇ ਦੋਏ ਪਿਓ ਪੁੱਤ ਤੇ ਨਾਲ ਲੌਂਗੋਵਾਲ ਇਹਨਾਂ ਦੇ ਰਲਿਆ ਹੋਇਆ। ਪੰਜਾਬ ਦੇ ਲੋਕਾਂ ਨੂੰ ਇਹਨਾਂ ਦੀ ਪਹਿਚਾਣ ਕਰਕੇ, ਯਾਰ ਕਿੱਡੀ ਵੱਡੀ ਗੱਲ ਆ ਯਾਰ, ਤੁਸੀਂ SGPC ਚੋਂ ਨਹੀਂ ਇਹਨੂੰ ਕੱਢ ਸਕਦੇ। ਜਿੰਨੇ ਪੰਜਾਬ ਦੀਆਂ ਛੋਟੀਆਂ ਜਥੇਬੰਦੀਆਂ ਬਣਾ ਰਹੇ ਨੇ ਸਾਰੇ ਇੱਕ ਮੰਚ ਤੇ ਇਕੱਠੇ ਹੋਣ, ਇਕੱਠੇ ਹੋ ਕੇ ਇੱਕ ਮੰਚ ਤੇ SGPC ਚੋਣ ਲੜਨ, ਇਹਨੂੰ ਦਲਾਲ ਨੂੰ ਕੱਢਣਾ SGPC ਦੇ ਵਿੱਚੋਂ ਕਿਉਂ ਨਹੀਂ ਕੱਢਦੇ? ਫਿਰ ਕਿਤੇ ਨਾ ਕਿਤੇ ਸਾਨੂੰ ਸ਼ੱਕ ਜਾਂਦੀ ਆ ਵੀ ਜਿਹੜੀਆਂ ਇਹ ਜਥੇਬੰਦੀਆਂ ਨੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਫਿਰ ਇਹ ਬਾਦਲ ਨੂੰ ਫਾਇਦਾ ਬਣਾਉਣ ਲਈ ਜਾਂ ਫਾਇਦਾ ਪਹੁੰਚਾਉਣ ਦੇ ਲਈ ਫਿਰ ਇਹ ਹੋਂਦ ਦੇ ਵਿੱਚ ਆਉਂਦੀਆਂ ਨੇ, ਫਿਰ ਅਲੱਗ ਇਲੈਕਸ਼ਨ ਲੜਦੀਆਂ ਨੇ, ਅਲੱਗ ਇਲੈਕਸ਼ਨ ਲੜ ਕੇ ਫਿਰ ਬਾਦਲ ਜਿੱਤ ਜਾਂਦਾ। ਸੋ ਪੰਜਾਬ ਦੇ ਯੂਥ ਨੂੰ ਜੇ ਮੈਂ ਦੱਸਣਾ ਚਾਹੁੰਦਾ, ਤੁਹਾਡੇ ਚੈਨਲ, ਉਹ ਤੁਹਾਡੇ ਪਿਓ ਦੀਆਂ ਦਾੜੀਆਂ ਪੁੱਟੀਆਂ ਗਈਆਂ, ਤੁਹਾਡੀਆਂ ਪੱਗਾਂ ਲੈ ਗਈਆਂ। ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਇਸ਼ਟ ਦੀ, ਉਹ ਗਲੀਆਂ ਦੇ ਵਿੱਚ, ਨਾਲਿਆਂ ਦੇ ਵਿੱਚ ਸਾਰੇ ਪਾਸੇ ਰੁਲ ਗਿਆ। ਜੇ ਤੁਸੀਂ ਹੁਣ ਵੀ ਨਾ ਜਾਗੇ ਫਿਰ ਜਾਗਣਾ ਕਦੋਂ ਆ? ਉਹ ਤੁਸੀਂ ਤਾਂ, ਤੁਹਾਡੀਆਂ ਜ਼ਮੀਰਾਂ ਮਰ ਗਈਆਂ। ਪੰਜਾਬ ਤਾਂ ਉਹ ਦੇਸ਼ ਆ, ਉਹ ਇੱਥੇ ਕੌਮ ਵੱਸਦੀ ਆ ਜਿਹਨੇ ਕਾਬਲ ਕੰਧਾਰ ਤੱਕ ਤੇ ਆਪਣਾ ਰਾਜ ਦਾ ਜਿਹੜਾ ਝੰਡਾ ਉੱਥੇ ਹਿੱਕ ਤੇ ਗੱਡਿਆ ਹੋਇਆ, ਤੇ ਅੱਜ ਸਾਡੇ ਖੂਨ ਨੂੰ ਕੀ ਹੋ ਗਿਆ? ਠੰਡਾ ਪੈ ਗਿਆ। ਅੱਜ ਸਾਡਾ ਖੂਨ ਕਿੱਥੇ ਚਲੇ ਗਿਆ? ਉਹ ਜਦੋਂ ਅਸੀਂ ਅਫਗਾਨਾਂ ਦੇ ਸਲਵਾਰਾਂ ਪਵਾਤੀਆਂ ਸੀ, ਕਿੱਥੇ ਗਏ ਉਹ ਪੰਜਾਬ ਦੇ ਅਣਖੀ ਯੋਧੇ? ਅਸੀਂ ਹਰੀ ਸਿੰਘ ਨਲੂਏ ਦੇ ਵਾਰਸ ਹਾਂ, ਅਸੀਂ ਬਾਬਾ ਬੋਤਾ ਸਿੰਘ ਤੇ ਗਰਚਾ ਸਿੰਘ ਦੇ ਵਾਰਸ ਹਾਂ। ਅਸੀਂ ਤਾਂ ਉਹ ਆ ਜਿਹੜੇ ਦੋ ਬੰਦੇ ਨੇ ਮੁਗਲਾਂ ਦੇ ਖਿਲਾਫ ਚੁੰਗੀ ਲਾ ਕੇ ਕਹਿਤਾ ਸੀ ਸਿੱਖਾਂ ਦਾ ਰਾਜ ਕਾਇਮ ਹੋ ਗਿਆ। ਅੱਜ ਤਾਂ ਤੁਸੀਂ ਲੱਖਾਂ ਹਜ਼ਾਰਾਂ 'ਚ ਬੈਠੇ ਹੋ। ਬਾਈਕਾਟ ਕਰੋ ਬਾਦਲ ਪਰਿਵਾਰ ਦਾ, ਬਾਈਕਾਟ ਇਹਨਾਂ ਨੂੰ ਪਿੰਡਾਂ ਦੇ ਵਿੱਚ, ਇਹਨਾਂ ਦੇ ਕਿਸੇ ਵੀ MLA ਨੂੰ, ਕਿਸੇ ਵੀ SGPC ਮੈਂਬਰ ਨੂੰ ਇਹਨਾਂ ਨੂੰ ਵੜਨਾ ਦਿਓ, ਇਹਨਾਂ ਦੇ ਜੁੱਤੀਆਂ ਮਾਰੋ, ਭਜਾਓ ਇਹਨਾਂ ਨੂੰ ਪਿੰਡਾਂ ਦੇ ਵਿੱਚੋਂ। ਤੇ SGPC ਦਾ ਜਿਹੜਾ ਪ੍ਰਬੰਧ ਆ ਉਹ ਸਾਫ਼ ਸੁਥਰੇ ਜਿਹੜੇ ਇਨਸਾਨ ਨੇ, ਜਿਹੜੇ ਗੁਰੂ ਮਹਾਰਾਜ ਨਾਲ ਦਰਦ ਰੱਖਦੇ ਨੇ, ਉਹਨਾਂ ਦਾ ਸਾਥ ਦਿਓ। ਸਾਥ ਦੇ ਕੇ ਇਹਨਾਂ ਨਰੈਣੂ ਮਹੰਤਾਂ ਤੋਂ SGPC ਆਜ਼ਾਦ ਕਰਵਾਓ, ਨਹੀਂ ਤਾਂ ਸਾਡੇ ਆ ਪੱਗਾਂ ਵੀ ਲੈਣੀਆਂ ਨੇ, ਸਾਡੀਆਂ ਦਸਤਾਰਾਂ ਵੀ ਲੈਣੀਆਂ ਨੇ, ਸਾਡੀਆਂ ਦਾੜੀਆਂ ਵੀ ਪੁੱਟੀਆਂ ਜਾਣੀਆਂ ਨੇ, ਸਾਡੀਆਂ ਧੀਆਂ ਭੈਣਾਂ ਦੀਆਂ ਬੇਪੱਤੀਆਂ ਵੀ ਹੋਣੀਆਂ ਨੇ। ਇਹ ਸਭ ਕੁਝ ਹੋਣਾ, ਇਹ ਸਾਡੇ ਹੱਥ ਆ, ਸਾਡੇ ਪੰਜਾਬ ਦੇ ਲੋਕਾਂ ਦੇ ਹੱਥ ਆ ਵੀ ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਦੇ ਯੂਥ ਨੇ ਜਾਣਾ ਕਿੱਧਰ ਨੂੰ ਆ। ਕਿਉਂਕਿ ਯੂਥ ਆ ਜਿਹੜਾ, ਉਹ ਕਿਸੇ ਵੀ ਕੌਮ ਦੀ, ਕਿਸੇ ਵੀ ਨਸਲ ਦੀ ਰੀੜ੍ਹ ਦੀ ਹੱਡੀ ਹੁੰਦੀ ਆ। ਜੇ ਰੀੜ੍ਹ ਦੀ ਹੱਡੀ ਦੇ ਮਣ ਕੇ ਹਿੱਲ ਜਾਣ ਨਾ ਤਾਂ ਬੰਦਾ ਠੀਕ ਨਹੀਂ ਚੱਲ ਸਕਦਾ। ਉਹੀ ਹਾਲਾਤ ਸਾਡੇ ਪੰਜਾਬ ਤੇ ਕੌਮ ਦੇ ਹੋਈ ਜਾਏ ਨੇ, ਕਿਉਂਕਿ ਰੀੜ੍ਹ ਦੀ ਹੱਡੀ ਦੇ ਮਣਕੇ ਤਾਂ ਹਿੱਲੇ ਪਏ ਨੇ। ਰੀੜ੍ਹ ਦੀ ਹੱਡੀ ਦੇ ਮਣਕੇ ਤਾਂ ਕਹਿ ਰਹੇ ਨੇ ਜੀ ਹਰਸਿਮਰਤ ਕੌਰ ਬਾਦਲ ਜਿੰਦਾਬਾਦ, ਬੀਬੀ ਉੱਥੇ ਅਸਤੀਫਾ ਦੇ ਆਈ। ਕਾਹਦਾ ਅਸਤੀਫਾ ਦੇ ਆਈ? ਸਭ ਡਰਾਮੇ 'ਚ ਰਚੇ ਜਾ ਰਹੇ ਨੇ ਪੰਜਾਬ ਦੇ ਵਿੱਚ। ਸੋ ਇਹਨਾਂ ਲੋਕਾਂ ਦਾ ਬਿਲਕੁਲ ਬਾਈਕਾਟ ਕਰਕੇ SGPC ਨੂੰ ਆਜ਼ਾਦ ਕਰਵਾਈਏ ਤਾਂ ਸਾਡੇ ਪੰਜਾਬ ਦਾ ਭਲਾ ਹੋ ਸਕਦਾ, ਨਹੀਂ ਤਾਂ ਸਾਡਾ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਖਤਰਨਾਕ ਆ। ਸਾਨੂੰ ਤਾਂ ਇਹਨਾਂ ਨੇ ਪੰਜਾਬ ਦੇ ਵਿੱਚੋਂ ਖਤਮ ਹੀ ਕਰ ਦੇਣਾ ਜੇ ਸਾਡਾ ਇਹੀ ਹਾਲਾਤ ਰਹੇ ਪੰਜਾਬ ਦੇ ਵਿੱਚ। ਕੁਝ ਸਮਾਂ ਬਾਕੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਵੀ ਸਿਰ 'ਤੇ ਨੇ, ਔਰ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜ ਕੇ ਬਾਦਲ ਦਲ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਵੱਡੇ ਪੱਧਰ 'ਤੇ ਕੰਮ ਕਰ ਰਹੀਆਂ ਨੇ। ਪਰ ਬਹੁਤ ਮੰਦਭਾਗੀ ਗੱਲ ਹੈ ਕਿ ਇਹ ਲੋਕ ਗੱਲਾਂ ਤਾਂ ਕਰਦੇ ਨੇ ਕਿ ਅਸੀਂ ਬਾਦਲ ਕਿਆਂ ਨੂੰ ਸ਼੍ਰੋਮਣੀ ਕਮੇਟੀ ਤੋਂ ਬਾਹਰ ਦਾ ਰਸਤਾ ਦਿਖਾਉਣਾ, ਪਰ ਇਹ ਇਕੱਠੇ ਕਿਉਂ ਨਹੀਂ ਹੁੰਦੇ? ਇਸ ਬਾਰੇ ਤੁਹਾਡਾ ਕੀ ਕਹਿਣਾ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਨ ਵੀ ਪਿਛਲੇ ਲੰਬੇ ਸਮੇਂ ਤੋਂ SGPC ਦੀਆਂ ਚੋਣਾਂ ਲੜਦੇ ਨੇ। ਉਹਨਾਂ ਨੂੰ
ਸਫਲ ਹੁੰਦੇ ਨੇ ਜਾਂ ਨਹੀਂ ਹੁੰਦੇ ਉਹ ਅਲੱਗ ਗੱਲ ਆ, ਪਰ ਵਕਤ ਹੈ ਕਿ ਇਸ ਵਕਤ ਜੇਕਰ ਬਾਦਲਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਅਲੱਗ ਕਰਨਾ ਵਾ, ਉਹਨਾਂ ਨੂੰ ਬਾਹਰ ਕਰਨਾ ਵਾ, ਤਾਂ ਸਾਨੂੰ ਇਕੱਠੇ ਹੋਣਾ ਪਊਗਾ। ਕੀ ਸਿਮਰਨਜੀਤ ਸਿੰਘ ਮਾਨ ਆ ਜਿਹੜਾ ਉਹ ਦੂਜੀਆਂ ਜਿਹੜੀਆਂ ਜਥੇਬੰਦੀਆਂ ਦੇ ਉਹਨਾਂ ਦੇ ਨਾਲ ਰਲ ਕੇ ਕੋਈ ਇਹੋ ਜਿਹਾ ਪ੍ਰੋਗਰਾਮ ਉਲੀਕਣਾ ਚਾਹੁੰਦੀਆਂ ਨੇ ਜੀ? ਬਿਲਕੁਲ ਜੀ, ਅਸੀਂ ਉਹਨਾਂ ਸਾਰੀਆਂ ਜਥੇਬੰਦੀਆਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਜਿਹੜੀਆਂ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਦੇ ਸਿਧਾਂਤ ਤੇ ਚੱਲਣ ਦੇ ਵਿੱਚ ਲੱਤਾਂ ਜਿਨ੍ਹਾਂ ਦੀਆਂ ਭਾਰ ਚੱਲਣਗੀਆਂ। ਪਰ ਅਸੀਂ RSS ਦੇ ਦਲਾਲਾਂ ਨਾਲ ਨਹੀਂ ਅਸੀਂ ਰਲ ਕੇ ਚੱਲ ਸਕਦੇ, ਕਿਉਂਕਿ ਗੱਲ ਪਤਾ ਕੀ ਹੋਣੀ ਆ, ਜੇ ਅਸੀਂ RSS ਦੇ ਦਲਾਲ ਨੇ ਜਿਹੜੇ ਵਿੱਚ ਛੱਡੇ ਹੋਏ ਨੇ, ਜੇ ਅਸੀਂ ਉਹਨਾਂ ਨਾਲ ਰਲ ਗਏ ਤੇ ਉਹਨਾਂ ਨੇ SGPC ਜਿੱਤ ਵੀ ਲਈ ਤੇ ਫਿਰ ਬਾਅਦ ਦੇ ਵਿੱਚ ਆਹੀ ਕੁਛ ਫੇਰ ਵਾਪਰਨਾ। ਸੋ ਅਸੀਂ ਉਹਨਾਂ ਜਥੇਬੰਦੀਆਂ ਦਾ ਸਤਿਕਾਰ ਕਰਦੇ ਹਾਂ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਦੇ ਸਿਧਾਂਤ ਦੀ ਗੱਲ ਕਰਦੇ ਨੇ, ਤੇ ਉਹਨਾਂ ਜਥੇਬੰਦੀਆਂ ਨਾਲ ਅਸੀਂ ਪਹੁੰਚ ਵੀ ਕਰਾਂਗੇ ਤੇ ਉਹ ਜਥੇਬੰਦੀਆਂ ਨੂੰ ਅਸੀਂ ਅਪੀਲ ਵੀ ਕਰਦੇ ਹਾਂ ਉਹ ਸਾਡੇ ਨਾਲ ਵੀ ਮਿਲਣ, ਅਸੀਂ ਵੀ ਉਹਨਾਂ ਨੂੰ ਮਿਲਾਂਗੇ। ਇਹ ਨਹੀਂ ਵੀ ਉਹ ਸਾਡੇ ਨੂੰ ਮਿਲਣ, ਅਸੀਂ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ। ਪਰ ਸ਼ਰਤ ਇੱਕ ਆ ਕਿ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਦਾ ਜਿਹੜਾ ਸਿਧਾਂਤ ਆ, ਜਿਹੜੀ ਉਹਨਾਂ ਨੇ ਗੱਲ ਕਹੀ ਆ, ਅਸੀਂ ਉਸ ਗੱਲ ਤੇ ਪਹਿਰਾ ਦੇਣਾ। ਨਾ ਅਸੀਂ ਸੰਤਾਂ ਦੀ ਫੋਟੋ ਹਟਾ ਸਕਦੇ ਹਾਂ, ਨਾ ਸੰਤਾਂ ਦੇ ਸਿਧਾਂਤ ਦੀ ਗੱਲ ਕਰਨ ਤੋਂ ਬਿਨਾਂ ਅਸੀਂ ਕੋਈ ਇਲੈਕਸ਼ਨ ਲੜ ਸਕਦੇ ਹਾਂ। ਸੋ ਇਹੀ ਆ ਜਿਹੜੀ ਮੇਰੀ ਅਪੀਲ ਆ ਸਾਰੀ ਜਥੇਬੰਦੀਆਂ ਨੇ ਜਿਹੜੇ ਤੁਸੀਂ ਕਹੀ ਆ ਨਾ ਗੱਲ, ਉਹਨਾਂ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ। ਉਹ ਆਉਣ ਤੇ ਅਸੀਂ ਵੀ ਉਹਨਾਂ ਕੋਲ ਜਾਵਾਂਗੇ, ਅਸੀਂ ਗੱਲਬਾਤ ਕਰਨ ਲਈ ਬਿਲਕੁਲ ਤਿਆਰ ਹਾਂ ਜੀ। ਸੇਖੋ ਸਾਹਿਬ, ਇੱਕ ਗੱਲ ਇੱਥੇ ਜ਼ਰੂਰ ਕਰਨੀ ਬਣਦੀ ਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹਮੇਸ਼ਾ ਹੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਿਹੜੀ ਗੱਲ ਆ ਉਹਦੇ ਤੇ ਪਹਿਰਾ ਦਿੱਤਾ। ਪਰ ਜੇਕਰ ਦੇਖਿਆ ਜਾਵੇ ਤਾਂ ਕੁਝ ਅਜਿਹੀਆਂ ਜਥੇਬੰਦੀਆਂ ਨੇ ਜਿਹੜੀਆਂ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਦੀਆਂ, ਪਰ ਚਾਹੁੰਦੀਆਂ ਉਹ ਵੀ ਨੇ ਕਿ ਬਾਦਲਾਂ ਨੂੰ SGPC ਤੋਂ ਦੂਰ ਬਾਹਰ ਦਾ ਰਸਤਾ ਦਿਖਾਇਆ ਜਾਵੇ। ਕੀ ਅਜਿਹਾ ਨਹੀਂ ਹੋ ਸਕਦਾ ਕਿ ਇਸ ਦੇ ਵਿੱਚ ਵਿਚਾਲੇ ਦਾ ਕੋਈ ਰਸਤਾ, ਕਿਉਂਕਿ ਅਸੀਂ ਇੱਕ ਹੀ ਚਾਹੁੰਦੇ ਕਿ ਸਾਡਾ ਸਾਰਿਆਂ ਦਾ ਦੁਸ਼ਮਣ ਇੱਕ ਹੈ, ਅਸੀਂ ਉਹਨਾਂ ਨੂੰ ਜੇਕਰ ਮਾਰਨਾ ਤਾਂ ਕੋਈ ਵਿੱਚ ਵਿਚਾਲੇ ਦਾ ਰਸਤਾ ਨਹੀਂ ਨਿਕਲ ਸਕਦਾ ਜੀ, ਕਿਉਂਕਿ ਜਿਹਦੇ ਨਾਲ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਸਕੀਏ। ਵਿੱਚ ਵਿਚਾਲੇ ਦਾ ਰਸਤਾ ਜਿਹੜੀ ਤੁਸੀਂ ਗੱਲ ਕਰਦੇ ਹੋ, ਵਿੱਚ ਵਿਚਾਲੇ ਦਾ ਰਸਤਾ ਜੇ ਕੱਢ ਵੀ ਲਿਆ ਜਾਵੇ ਫਿਰ ਉਹ ਲੰਬਾ ਸਮਾਂ ਚੱਲਣਾ ਹੀ ਨਹੀਂਗਾ, ਕਿਉਂਕਿ ਜਦੋਂ ਆਪਣੇ ਮਤ ਕਿ ਨਹੀਂ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਦੇ ਸਿਧਾਂਤ ਤੇ ਚੱਲਣ 'ਚ ਕੀ ਪ੍ਰੋਬਲਮ ਆ, ਉਹਨਾਂ ਦੀ ਫੋਟੋ ਤੋਂ ਕੀ ਪ੍ਰੋਬਲਮ ਆ? ਮੈਨੂੰ ਐਂ ਦੱਸੋ, ਪੰਜਾਬ ਦਾ ਕਿਹੜਾ ਬੱਚਾ, ਜਿਹੜੀ ਪੰਜਾਬ ਦੀ ਜਥੇਬੰਦੀ ਆ, ਕਿਹੜੇ ਪੰਜਾਬ ਦੇ ਰਾਗੀ ਢਾਡੀ ਨੇ, ਜਾਂ ਕਿਹੜੀ ਪੰਜਾਬ ਦੀ ਧਿਰ ਆ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਦਾ ਨਾਂ ਲੈ ਕੇ ਨੌਜਵਾਨਾਂ ਨੂੰ ਲੈ ਕੇ ਨਹੀਂ ਤੁਰਦੀ ਹੈਗੀ? ਇੱਕ ਵਾਰੀ ਲੈ ਕੇ ਤੁਰ ਪੈਂਦੀ ਆ, ਜਦੋਂ ਨੌਜਵਾਨ ਇਕੱਠੇ ਹੋ ਜਾਂਦੇ ਨੇ ਫਿਰ ਸੰਤਾਂ ਦੀ ਸੋਚ ਨੂੰ ਪਿੱਛੇ ਰੱਖ ਦਿੱਤਾ ਜਾਂਦਾ, ਫਿਰ ਆਪਣਾ ਏਜੰਡਾ ਲਿਆ ਕੇ ਪੇਸ਼ ਕਰ ਦਿੱਤਾ। ਇਹ ਅਸੀਂ ਤੁਹਾਨੂੰ ਪਹਿਲਾਂ ਵੀ ਕਲੀਅਰ ਕਰ ਚੁੱਕੇ ਹਾਂ ਵੀ ਅਸੀਂ ਉਹਨਾਂ ਸਾਰੀਆਂ ਪਾਰਟੀਆਂ ਨਾਲ, ਸਾਰੀਆਂ ਜਥੇਬੰਦੀਆਂ ਨਾਲ ਚੱਲਣ ਲਈ ਤਿਆਰ ਹਾਂ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲਿਆਂ ਨੂੰ ਸ਼ਹੀਦ ਤੇ ਕੌਮ ਦਾ ਸ਼ਹੀਦ ਤੇ ਉਹਨਾਂ ਦੇ ਸਿਧਾਂਤ ਦੀ ਗੱਲ ਤੇ ਉਹਨਾਂ ਦੀ ਫੋਟੋ ਤੋਂ ਜਿਨ੍ਹਾਂ ਨੂੰ ਅਲਰਜੀ ਨਹੀਂ ਹੈਗੀ ਉਹ ਬਿਲਕੁਲ ਚੱਲਣ। ਇਦੋਂ ਕੱਲ ਫਿਰ ਸਾਡੇ ਜਿਹੜੇ ਸ਼ਹੀਦ ਨੇ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ ਆ, 2.5 ਲੱਖ ਸਿਰ ਦੇ ਦਿੱਤਾ ਜਿਹੜੀ ਚੀਜ਼ ਪਿੱਛੇ ਅਸੀਂ, ਤੇ ਫਿਰ ਜੇ ਅਸੀਂ ਉਹਨਾਂ ਨੂੰ ਭੁੱਲ ਕੇ ਆਪਣੀਆਂ ਕੁਰਸੀਆਂ ਹੀ ਪਿਆਰੀਆਂ ਹੁੰਦੀਆਂ, ਫਿਰ ਮਾਨ ਸਾਹਿਬ ਨੂੰ ਤਾਂ ਬਹੁਤ ਆਫਰਾਂ ਆਈਆਂ ਨੇ। ਮਾਨ ਸਾਹਿਬ ਨੂੰ ਤਾਂ ਫਿਰ ਮਾਨ ਸਾਹਿਬ BJP ਨਾਲ ਗੱਠਜੋੜ ਕਰਕੇ ਸਰਕਾਰ ਬਣਾ ਕੇ CM ਬਣੇ ਹੁੰਦੇ, ਫਿਰ ਮਾਨ ਸਾਹਿਬ ਤਾਂ ਸੈਂਟਰ ਦੇ ਵਿੱਚ ਵਜ਼ੀਰ ਬਣੇ ਹੁੰਦੇ, ਕਿੰਨੀਆਂ ਆਫਰਾਂ ਆਈਆਂ ਨੇ। ਸੋ ਕਈ ਲੜਾਈਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਜਿੱਤਣ ਨਾਲੋਂ ਆਪਣੀ ਜਿਹੜੀ ਹੋਂਦ ਆ ਉਹ ਬੈਰੀ ਨੂੰ ਦੱਸਣ ਲਈ ਲੜੀਆਂ ਜਾਂਦੀਆਂ ਨੇ ਕਿ ਅਸੀਂ ਜਿਉਂਦੇ ਆ। ਕਈ ਲੜਾਈਆਂ ਦੇ ਵਿੱਚ ਇਹ ਪਤਾ ਹੁੰਦਾ ਕਿ ਇਹ ਲੜਾਈ ਅਸੀਂ ਜਿਹੜੀ ਲੜ ਰਹੇ ਹਾਂ ਇਹਦੇ ਵਿੱਚ ਸਾਨੂੰ ਜਿੱਤ ਹਾਸਲ ਨਹੀਂ ਹੋਣੀ, ਪਰ ਉਹ ਲੜਾਈ ਲੜਨੀ ਪੈਂਦੀ ਆ। ਕਿਉਂ ਲੜਨੀ ਪੈਂਦੀ ਆ? ਕਿਉਂਕਿ ਕੌਮ ਦੀ ਅਣਖ ਤੇ ਕੌਮ ਦੀ ਜ਼ਮੀਰ ਤੇ ਕੌਮ ਦਾ ਜਿਹੜਾ ਸਿਰ ਆ ਤੇ ਬੈਰੀ ਨੂੰ ਦੱਸਣ ਲਈ ਕਿ ਅਸੀਂ ਮਰੇ ਨਹੀਂ, ਜਿਉਂਦੇ ਆ, ਤੇਰੀ ਹਿੱਕ ਤੇ ਚੜ੍ਹ ਕੇ ਇੱਕ ਦਿਨ ਜ਼ਰੂਰ ਨੱਚਾਂਗੇ। ਠੀਕ ਆ, ਅੱਜ ਥੋੜ੍ਹੇ ਆ, ਕੋਈ ਗੱਲ ਨਹੀਂ, ਇਹ ਕਾਫਲੇ ਵੱਧਦੇ ਰਹਿੰਦੇ ਨੇ ਕਿਉਂਕਿ ਸੰਘਰਸ਼ ਕਰਨ ਵਾਲੇ ਯੋਧੇ ਨੇ ਜਾਂ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਥੋੜ੍ਹੇ ਹੁੰਦੇ ਨੇ, ਸਾਰੀ ਕੌਮ ਸੰਘਰਸ਼ ਨਹੀਂ ਲੜਿਆ ਕਰਦੀ। ਸੋ ਅਸੀਂ ਇਹ ਵੀ ਲੜਾਈ ਇਸ ਕਰਕੇ ਲੜਦੇ ਹਾਂ ਕਿ ਸਾਨੂੰ ਅਸੀਂ ਬੈਰੀ ਨੂੰ ਦੱਸਦੇ ਹਾਂ ਕਿ ਅਸੀਂ ਜਿਉਂਦੇ ਹਾਂ, ਮਰੇ ਨਹੀਂ ਗੇ। ਸੋ ਉਹਨਾਂ ਜਥੇਬੰਦੀਆਂ ਦਾ ਅਸੀਂ ਸਤਿਕਾਰ ਤੇ ਵੈਲਕਮ ਕਰਦੇ ਹਾਂ। ਅਸੀਂ ਵੀ ਪਹੁੰਚ ਕਰਾਂਗੇ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲਿਆਂ ਦੇ ਤੇ 2.5 ਲੱਖ ਉਹ ਸਿਰ ਜਿਹੜਾ ਅਸੀਂ ਕੌਮ ਨੇ, ਸਾਡੀ ਨੇ, ਕੌਮ ਦੇ ਜਿਹੜੇ ਪੁੱਤਾਂ ਨੇ ਦਿੱਤਾ, ਕੌਮ ਦੀਆਂ ਮਾਵਾਂ ਨੇ ਦਿੱਤਾ, ਸਾਡੇ ਪਿਓਾਂ ਨੇ ਦਿੱਤਾ, ਪਰ ਅਸੀਂ ਉਹਨਾਂ ਨੂੰ ਸਿਰਾਂ ਨੂੰ ਲੰਘ ਕੇ ਕੁਰਸੀ ਤੱਕ ਨਹੀਂ ਜਾ ਸਕਦੇ। ਸਿੱਖੋ ਸਾਹਿਬ, ਇੱਕ ਗੱਲ ਲਾਸਟ ਪ੍ਰਸ਼ਨ ਆ ਜੀ, ਕਿਉਂਕਿ ਜਿਹੜੇ ਮੋਰਚੇ ਲੱਗਦੇ ਆ, ਜਿਸ ਤਰ੍ਹਾਂ ਹੁਣ ਸ਼ੰਭੂ ਮੋਰਚਾ ਲੱਗਿਆ, ਇਸ ਤੋਂ ਪਹਿਲਾਂ ਬਰਗਾੜੀ ਮੋਰਚਾ ਸੀ, ਫਿਰ ਸਰਬੱਤ ਖਾਲਸਾ ਸੱਦਿਆ ਗਿਆ, ਲੱਖਾਂ ਦੇ ਇਕੱਠ ਹੁੰਦੇ ਨੇ, ਪਰ ਉੱਥੇ ਜਿਹੜੀ ਸਾਡੀ ਲੀਡਰਸ਼ਿਪ ਆ ਜੀ ਉਹ ਕਿਤੇ ਨਾ ਕਿਤੇ ਆਪ ਦਾ ਰੋਲ ਜਿਹੜਾ ਅਦਾ ਸਹੀ ਢੰਗ ਨਾਲ ਨਹੀਂ ਕਰਦੀ। ਜਿਸ ਤਰ੍ਹਾਂ ਸਰਬੱਤ ਖਾਲਸਾ ਹੋਇਆ, ਬਹੁਤ ਵੱਡਾ ਇਕੱਠ ਹੋਇਆ ਜੀ, ਪਰ ਉਹਦਾ ਲਾਸਟ ਨਿਚੋੜ ਕੀ ਨਿਕਲਿਆ ਕਿ ਜਿਹੜੇ ਉਸ ਦਿਨ ਦੀ ਮੈਂ ਇੱਕ ਗੱਲ ਮਾਫੀ ਚਾਹੂੰਗਾ ਕਿ ਉਹ ਗੱਲ ਜਿਹੜੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉੱਥੇ ਜਿਹੜੇ ਜਥੇਦਾਰ ਥਾਪੇ ਸੀ, ਅੱਜ ਉਹਨਾਂ ਜਥੇਦਾਰਾਂ ਦਾ ਕੀ ਹਾਲ ਆ ਜੀ?
ਦੇਖੋ ਜੀ, ਪਹਿਲੀ ਗੱਲ ਤਾਂ ਤੁਹਾਨੂੰ ਇਹ ਦੱਸ ਦਿੰਦਾ, ਜਿਹੜੀ ਗੱਲ ਕਲੀਅਰ ਕਰਦਾ, ਉਹ ਜਥੇਦਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਨਹੀਂ ਥਾਪੇ। ਉੱਥੇ ਸਟੇਜ ਦੇ ਉੱਪਰ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ, ਉਹ ਸਾਰੀਆਂ ਉਹਨਾਂ ਦੇ ਆਗੂਆਂ ਦੀ ਸ਼ਮੂਲੀਅਤ ਸੀਗੀ, ਤੇ ਆਗੂਆਂ ਦੇ ਵੱਲੋਂ ਜਿਹੜੇ ਨਾਂ ਪੇਸ਼ ਕੀਤੇ ਗਏ ਨੇ, ਤੇ ਉਹ ਜਿਹੜੇ ਨਾਂ ਨੇ ਉਹ ਉੱਥੋਂ ਸਟੇਜ ਤੋਂ ਅਨਾਉਂਸ ਕੀਤੇ ਗਏ ਨੇ। ਇਹ ਕਹਿਣਾ ਵੀ ਸਿਮਰਨਜੀਤ ਸਿੰਘ ਮਾਨ ਨੇ ਥਾਪੇ ਨੇ, ਬਿਲਕੁਲ ਗਲਤ ਗੱਲ ਆ। ਉਸ ਦੇ ਵਿੱਚ ਯੂਨਾਈਟਿਡ ਅਕਾਲੀ ਦਲ ਜਾਂ ਹੋਰ ਜਿਹੜੇ ਸਾਡੀਆਂ ਜਥੇਬੰਦੀਆਂ ਨੇ, ਦਲ ਖਾਲਸਾ ਹੋ ਗਿਆ, ਕਾਫੀ ਜਥੇਬੰਦੀਆਂ ਨੇ, ਸਾਰਿਆਂ ਦੇ ਉੱਥੇ ਆਗੂ ਸੀਗੇ। ਉਹਨਾਂ ਦੀ ਰਾਇਸ਼ੁਮਾਰੀ ਦੇ ਨਾਲ ਉਹ ਜਥੇਦਾਰ ਜਿਹੜੇ ਥਾਪੇ ਗਏ ਨੇ। ਧਿਆਨ ਸਿੰਘ ਮੰਡ ਜੀ ਆਪਣੀ ਸੇਵਾ ਕਰ ਰਹੇ ਨੇ। ਬਲਜੀਤ ਸਿੰਘ ਦਾਦੂਵਾਲ ਜੀ ਨੇ, ਉਹਨਾਂ ਦੀਆਂ ਮਜਬੂਰੀਆਂ ਹੋ ਸਕਦੀਆਂ ਨੇ, ਕਿਉਂਕਿ ਅਸੀਂ ਕੁਝ ਗੱਲ ਕਹਿ ਨਹੀਂ ਸਕਦੇ, ਉਹਨਾਂ ਦੀ ਆਪਣੀਆਂ ਮਜਬੂਰੀਆਂ ਹੋਣਗੀਆਂ, ਜਿਨ੍ਹਾਂ ਕਰਕੇ ਉਹਨਾਂ ਨੇ ਆਪਣੀ ਜਿਹੜੀ ਜਥੇਦਾਰੀ ਆ ਉਹ ਤੋਂ ਅਸਤੀਫਾ ਦੇ ਦਿੱਤਾ ਹੈ। ਸੋ ਇਹ ਕਹਿ ਦੇਣਾ ਕਿ ਉਹ ਅੱਜ ਜਥੇਦਾਰ ਖਿਲਰੇ ਹੋਏ ਨੇ, ਇਹ ਕੌਮ ਦੇ ਵਿੱਚ ਜਥੇਦਾਰ ਨਵੇਂ ਵੀ ਆਉਂਦੇ ਨੇ ਤੇ ਪੁਰਾਣੇ ਵੀ ਚਲੇ ਜਾਂਦੇ ਨੇ। ਜਿਹੜਾ ਬਰਗਾੜੀ ਮੋਰਚਾ, ਉਹਦੀਆਂ ਵੀ ਬੜੀਆਂ ਪ੍ਰਾਪਤੀਆਂ ਨੇ। ਉਹਨਾਂ ਦੀਆਂ ਪ੍ਰਾਪਤੀਆਂ ਇਹ ਨੇ ਕਿ ਜਿਹੜੇ ਅਣਪਛਾਤੀ ਪੁਲਿਸ ਦੀ ਉਹਨੂੰ ਪਛਾਤੀ ਹੋਇਆ, ਉਸ ਦੇ ਵਿੱਚ ਜਿਹੜੇ ਉੱਥੇ ਨੌਜਵਾਨ ਸ਼ਹੀਦ ਹੋਏ, ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ, ਤੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਉਹਨਾਂ ਨੂੰ ਮੁਆਵਜ਼ਾ ਮਿਲਿਆ। ਉਸ ਤੋਂ ਬਾਅਦ ਬਾਈ ਨੇਮ FRIਆਂ ਦਰਜ ਹੋਈਆਂ, ਸਾਡੇ ਸਿੰਘਾਂ ਦੀਆਂ ਪੈਰੋਲ ਤੇ ਰਹਿਰਾਈਆਂ ਹੋਈਆਂ, ਕਈ ਸਿੰਘ ਸਾਡੇ ਜਿਹੜੇ ਪੱਕੇ ਤੌਰ ਤੇ ਰਿਹਾ ਹੋ ਕੇ ਆਏ, ਤੇ ਬਰਗਾੜੀ ਮੋਰਚੇ ਦੀਆਂ ਵੀ ਕਾਫੀ ਪ੍ਰਾਪਤੀਆਂ ਨੇ ਜੀ। ਸੇਖੋਂ ਸਾਹਿਬ, ਸ਼ੰਭੂ ਮੋਰਚੇ ਦੀ ਗੱਲ ਦੁਬਾਰਾ ਕਰਦੇ ਹਾਂ। ਕੋਈ ਲਾਸਟ ਕੁਐਸਚਨ ਆ ਕਿ ਸ਼ੰਭੂ ਮੋਰਚੇ ਤੇ ਜੋ ਘਟਨਾਕ੍ਰਮ ਵਾਪਰਿਆ ਉਸ ਨੌਜਵਾਨ ਦੇ ਨਾਲ, ਉੱਥੇ ਇੱਕ ਜਿਹੜੀਆਂ ਅਸੀਂ ਟੀਵੀ ਤੇ ਕੁਝ ਰਿਪੋਰਟਾਂ ਦੇਖੀਆਂ ਨੇ, ਉਹਦੇ ਵਿੱਚ ਇੱਕ ਸਾਹਮਣੇ ਗੱਲ ਨਜ਼ਰ ਆਉਂਦੀ ਆ ਕਿ ਜਿਹੜਾ ਹਾਕਮ ਸਿੰਘ ਨਾਂ ਦਾ ਕੋਈ ਵਿਅਕਤੀ ਆ, ਉਹ ਕਹਿ ਰਿਹਾ ਸਿੱਧਾ ਸਪਸ਼ਟ ਤੌਰ ਤੇ ਕਿ ਇਸ ਦੇ ਉੱਪਰ ਪਰਚਾ ਦਰਜ ਕਰੋ। ਉਸ ਬਾਰੇ ਤੁਹਾਡਾ ਕੀ ਕਹਿਣਾ ਜੀ? ਅਸੀਂ ਉਹ ਵੀਰ ਨਾਲ ਗੱਲਬਾਤ ਕਰ ਰਹੇ ਹਾਂ। ਅੱਜ ਗੱਲਬਾਤ ਕਰਕੇ ਜਿਹੜਾ ਹਾਕਮ ਸਿੰਘ ਜ਼ਾਲਮ ਕਿਸਮ ਦਾ ਇਨਸਾਨ ਆ, ਉਹ ਤੇ ਅਸੀਂ FRI ਦਰਜ ਕਰਾਵਾਂਗੇ, ਕਿਉਂਕਿ ਉਹਨੇ ਬਿਨਾਂ ਕਿਸੇ ਕਸੂਰ ਤੋਂ, ਬਿਨਾਂ ਕਿਸੇ ਕਾਰਨ ਤੋਂ ਜਿਹੜਾ ਵੀਰ ਆ ਉਹਨੂੰ ਜਲੀਲ ਕੀਤਾ। ਇਹ ਜਲੀਲ ਕਰਕੇ ਉਹਦੀ ਜਿਹੜੀ ਪਰਸਨੈਲਿਟੀ ਆ ਜਾਂ ਜਿਹੜੀ ਉਹਦੀ ਸ਼ਖਸੀਅਤ ਆ, ਉਹਨੇ ਸ਼ਰਮਸਾਰ ਕਰਨ ਦੇ ਵਿੱਚ, ਲੋਕਾਂ ਦੇ ਵਿੱਚ ਉਹਨੂੰ ਨੁਕਸਾਨ ਪਹੁੰਚਾਉਣ ਦੀ ਜਿਹੜੀ ਗੱਲ ਕੀਤੀ ਆ, ਇਸ ਦੇ ਤਹਿਤ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ, ਜੋ ਵੀ ਉਹਦੇ ਧਾਰਾਵਾਂ ਲੱਗਦੀਆਂ ਨੇ, ਅਸੀਂ ਲਵਾ ਕੇ ਹਾਕਮ ਸਿੰਘ ਤੇ ਪਰਚਾ ਜ਼ਰੂਰ ਦਰਜ ਕਰਵਾਵਾਂਗੇ। ਮੈਂ ਅੱਜ ਗੱਲ ਕਰ ਲੈਣੀ ਆ ਵੀਰ ਨਾਲ, ਵੀਰ ਨੂੰ ਇਸ ਗੱਲ ਦੇ ਵਿੱਚ ਰਾਜ਼ੀ ਕਰਕੇ ਅਸੀਂ ਹਾਕਮ ਸਿੰਘ ਤੇ FRI ਦਰਜ ਕਰਵਾਉਣ ਜਾ ਰਹੇ ਹਾਂ। ਅੱਜ ਜਾਂ ਕੱਲ੍ਹ ਇਹ FRI ਦਰਜ ਕਰਵਾਵਾਂਗੇ ਜੀ ਅਸੀਂ। ਸੋ ਇਹ ਸੀ ਵਿਸ਼ੇਸ਼ ਗੱਲਬਾਤ ਵਰਿੰਦਰ ਸਿੰਘ ਸੇਖੋਂ, ਸੂਬਾ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਨ੍ਹਾਂ ਨੇ ਅੱਜ ਸਾਨੂੰ ਦੱਸਿਆ ਕਿ ਜੋ ਵੀ ਸ਼ੰਭੂ ਮੋਰਚੇ ਦੇ ਘਟਨਾਕ੍ਰਮ ਹੋਇਆ, ਉਸ ਵਿੱਚ ਜਿਹੜਾ ਸਾਹਮਣੇ ਦੋਸ਼ੀ ਆ ਰਿਹਾ ਉਹ ਹਾਕਮ ਸਿੰਘ ਨਾਂ ਦਾ ਇੱਕ ਵਿਅਕਤੀ ਆ। ਅਸੀਂ ਉਸ 'ਤੇ ਬਣਦੀ ਕਾਰਵਾਈ ਵੀ ਕਰਵਾਵਾਂਗੇ। ਔਰ ਇਹਨਾਂ ਨੇ ਨਾਲ ਹੀ ਦੱਸਿਆ ਕਿ ਆਉਂਦੇ ਦਿਨਾਂ ਦੇ ਵਿੱਚ ਜੋ ਸੰਘਰਸ਼ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ ਪੂਰੇ ਦੇਸ਼ ਵਿੱਚ ਚੱਕਾ ਜਾਮ ਕਰਨਾ ਅਤੇ 26 ਅਤੇ 27 ਨਵੰਬਰ ਨੂੰ ਦਿੱਲੀ ਘੇਰਨ ਦੀ ਜੋ ਤਿਆਰੀ ਆ, ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਦੇ ਵਿੱਚ ਅਹਿਮ ਰੋਲ ਅਦਾ ਕਰੂਗਾ। ਔਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਿਸਾਨ ਵਿੰਗ ਹੈ, ਉਹ ਅੱਜ ਤੋਂ ਹੀ ਸ਼ੁਰੂ ਕਰਕੇ ਲੋਕਾਂ ਨੂੰ ਲਾਮਬੰਦ ਵੀ ਕਰੂਗਾ ਕਿ ਕਿਸ ਤਰ੍ਹਾਂ ਮੋਦੀ ਸਰਕਾਰ ਨੂੰ ਘੇਰਨਾ ਔਰ ਕਿਸ ਤਰ੍ਹਾਂ ਜਿਹੜੇ ਅਗਲੇ ਸੰਘਰਸ਼ ਨੇ ਉਹਨਾਂ ਦੀ ਪੂਰਤੀ ਕਰਨੀ ਆ। ਮੈਨੂੰ ਕੁਲਵਿੰਦਰ ਚੰਦੀ ਨੂੰ ਇੱਥੇ ਹੀ ਦਿਓ ਇਜਾਜ਼ਤ। ਤੁਸੀਂ ਬਣੇ ਰਹੋ PTN 24 ਚੈਨਲ ਦੇ ਨਾਲ। ਤਦ ਤੱਕ ਲਈ ਸਤਿ ਸ੍ਰੀ ਅਕਾਲ।